ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜੇ ਗਏ ਨੋਟਿਸ ਦੇ ਉੱਪਰ ਹੁਣ ਸਿਆਸੀ ਘਮਸਾਨ ਮਚਦਾ ਹੋਇਆ ਨਜ਼ਰ ਆ ਰਿਹਾ ਹੈ। ਸਭ ਤੋਂ ਪਹਿਲਾਂ ਸਵਾਲ ਇਸ ਦੀ ਕਾਨੂੰਨ ਤੌਰ ਤੇ ਉੱਠੇ ਨੇ ਕਿ ਇਹ ਸੱਚਮੁੱਚ ਕਾਨੂੰਨੀ ਤੌਰ ਤੇ ਸਹੀ ਸੀ ਜਾਂ ਫਿਰ ਨਹੀਂ। ਇਹਦੇ ਉੱਪਰ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਇੱਕ ਵੱਡਾ ਦਾਅਵਾ ਫਿਰ ਤੋਂ ਵਿਫਲ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਵੱਡੇ ਦਾਅਵੇ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਜੋ ਭਗਵੰਤ ਮਾਨ ਦੇ ਵੱਲੋਂ ਇਸ ਨੋਟਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ। ਧੱਜੀਆਂ ਉਡਾਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦਾਅਵੇ ਦੀਆਂ। ਹੁਣ ਕਿਹੜੇ ਦਾਅਵੇ ਦੇ ਉੱਪਰ ਝੂਠੇ ਪੈਂਦੇ ਨਜ਼ਰ ਆ ਰਹੇ ਨੇ ਭਗਵੰਤ ਸਿੰਘ ਮਾਨ, ਉਸ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਦੇ ਦਿੱਤੇ ਹੋਏ ਇੱਕ ਵੱਡੇ ਝਟਕੇ ਦੀ। ਸੁਪਰੀਮ ਕੋਰਟ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਨੂੰ 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਆਖਰ ਕਿਸ ਮਾਮਲੇ ਦੇ ਉੱਪਰ 15 ਦਿਨਾਂ ਦੇ ਵਿੱਚ ਜਵਾਬ ਦਾਖਲ ਕਰਨਾ ਪਏਗਾ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਦੇ ਵਿੱਚ, ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ। ਸੁਨੀਲ ਜਾਖੜ ਨੂੰ ਕੀ ਹੁਣ ਬੀਜੇਪੀ ਦੀ ਪ੍ਰਧਾਨਗੀ ਮਿਲੇਗੀ ਜਾਂ ਫਿਰ ਨਹੀਂ, ਸਵਾਲ ਇਸ ਦੇ ਉੱਪਰ ਉੱਠ ਚੁੱਕਿਆ ਹੈ ਕਿਉਂਕਿ ਇੱਕ ਬਿਆਨ ਅਸ਼ਵਨੀ ਸ਼ਰਮਾ ਨੇ ਇਸ ਸਾਰੇ ਸਮੀਕਰਨ ਨੂੰ ਖਿਲਾਰ ਕੇ ਰੱਖ ਦਿੱਤਾ ਹੈ। ਆਖਰ ਕੀ ਜਵਾਬ ਅਸ਼ਵਨੀ ਸ਼ਰਮਾ ਦੇ ਵੱਲੋਂ ਆਇਆ ਤੇ ਹੁਣ ਪ੍ਰਧਾਨਗੀ ਮਿਲੇਗੀ ਜਾਂ ਨਹੀਂ ਮਿਲੇਗੀ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਕੱਲ ਇੱਕ ਨੋਟਿਸ ਨੇ ਲੈ ਕੇ ਪੰਜਾਬ ਦੀ ਸਿਆਸਤ ਨੂੰ ਭਖਾ ਕੇ ਰੱਖ ਦਿੱਤਾ ਹੈ, ਜਿੱਥੇ ਇੱਕ ਨੋਟਿਸ ਦੇ ਵਿੱਚ ਮਾਨ ਸਰਕਾਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ ਵੀ ਇਹਨਾਂ ਦੇ ਵੱਲੋਂ 55 ਲੱਖ ਰੁਪਏ ਦਾ ਹੇਰ-ਫੇਰ ਕਰ ਦਿੱਤਾ ਗਿਆ ਹੈ, ਜਿਸ ਦੇ ਵਿੱਚ ਸਰਕਾਰ ਦੇ ਉੱਪਰ ਵਾਧੂ ਦਾ ਵਜਨ ਪਾਇਆ ਗਿਆ। ਲੇਕਿਨ ਜਦੋਂ ਨੋਟਿਸ ਸੁਖਜਿੰਦਰ ਰੰਧਾਵਾ ਦੇ ਕੋਲੇ ਪਹੁੰਚਿਆ, ਕਿਉਂਕਿ ਸੁਖਜਿੰਦਰ ਰੰਧਾਵਾ ਵੀ ਇਸ ਨੋਟਿਸ ਦੇ ਅੱਖਾਂ ਵਿਛਾ ਕੇ ਇੰਤਜ਼ਾਰ ਕਰ ਰਹੇ ਸੀ, ਉਹਨਾਂ ਨੇ ਚੈਲੰਜ ਵੀ ਕਰਤਾ ਸੀ ਵੀ ਤੁਸੀਂ ਨੋਟਿਸ ਭੇਜੋ, ਮੈਂ ਤਿਆਰ ਬੈਠਾ ਹਾਂ। ਤੇ ਜਦੋਂ ਹੀ ਨੋਟਿਸ ਪਹੁੰਚਦਾ ਤਾਂ ਇਸ ਨੋਟਿਸ ਦੇ ਉੱਪਰ ਦੋ ਸਵਾਲ ਉੱਠ ਜਾਂਦੇ ਨੇ। ਨੰਬਰ 1 ਕਿ ਇਹ ਨੋਟਿਸ ਜੋ ਹੈ ਕਾਨੂੰਨੀ ਤੌਰ ਤੇ ਬਿਲਕੁਲ ਸਹੀ ਹੈ, ਤੁਸੀਂ ਇਹਦਾ ਜਵਾਬ ਦੇ ਦਿਓ। ਤੇ ਦੂਸਰਾ ਸਵਾਲ, ਦਾਅਵਾ 55 ਲੱਖ ਦਾ ਕੀਤਾ ਗਿਆ ਸੀ, ਰਿਕਵਰੀ 55 ਲੱਖ ਦੀ ਕਰਨ ਦੀ ਗੱਲ ਭਗਵੰਤ ਸਿੰਘ ਮਾਨ ਕਰਦੇ ਨਜ਼ਰ ਆਏ ਸੀ। ਲੇਕਿਨ ਜਦੋਂ ਇਹ ਨੋਟਿਸ ਉਹਨਾਂ ਕੋਲੇ ਪਹੁੰਚਦਾ ਸੁਖਜਿੰਦਰ ਰੰਧਾਵਾ ਦੇ ਕੋਲੇ ਤਾਂ ਇਹਦੇ ਵਿੱਚ ਤਕਰੀਬਨ 17.60 ਲੱਖ ਦੀ ਗੱਲ ਕੀਤੀ ਜਾਂਦੀ ਹੈ। ਇੱਕ ਪਾਸੇ 55 ਲੱਖ, ਦੂਜੇ ਪਾਸੇ 17.5 ਲੱਖ ਦੇ ਕਰੀਬ ਦੀ ਰਕਮ ਤੇ ਦਾਅਵੇ ਗਲਤ ਕਰਦੇ ਹੋਏ ਨਜ਼ਰ ਆ ਰਹੇ ਨੇ। ਪਹਿਲਾਂ ਵੀ ਕਈ ਦਾਅਵੇ ਫੇਲ ਹੋਏ ਨੇ ਭਗਵੰਤ ਮਾਨ ਜੀ ਦੇ ਕਿ ਇਹਨਾਂ ਨੂੰ ਜੋ ਸਲਾਹ ਦੇਣ ਵਾਲੇ ਉਹ ਸਹੀ ਨਹੀਂ ਹੈਗੇ ਜਾਂ ਫਿਰ ਭਗਵੰਤ ਮਾਨ ਜੀ ਹਰ ਕੰਮ ਜਲਦਬਾਜ਼ੀ 'ਚ ਕਰਨ ਨੂੰ ਫਿਰਦੇ ਨੇ। ਸੋ ਇਸ ਦਾਅਵੇ ਦੇ ਉੱਪਰ ਗੱਲ ਕਰੀਏ, ਕਿਵੇਂ ਦੇਖ ਰਹੇ ਹੋ ਉਸ ਪੂਰੇ ਮਾਮਲੇ ਨੂੰ? ਕੀ ਸਭ ਤੋਂ ਪਹਿਲਾਂ ਸਵਾਲ ਇਹ ਕਿ ਇਹ ਜੋ ਨੋਟਿਸ ਭੇਜਿਆ ਗਿਆ, ਆਪਾਂ ਇੱਥੇ ਸ਼ੁਰੂਆਤ ਕਰ ਲੈਂਦੇ ਹਾਂ ਵੀ ਕਾਨੂੰਨੀ ਤੌਰ ਤੇ ਸਹੀ ਸੀ, ਕਿਵੇਂ ਦੇਖ ਰਹੇ ਹੋ? ਦੇਖੋ, ਬੀਤੇ 2 ਦਿਨਾਂ ਤੋਂ ਲੈ ਕੇ ਅੱਜ ਤੱਕ ਮੁਖਤਾਰ ਅੰਸਾਰੀ ਦਾ ਮਸਲਾ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਗਰਮਾਇਆ ਹੋਇਆ। ਇਸ ਮੁੱਦੇ ਤੇ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਸਮੇਂ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਨੂੰ ਘੇਰਿਆ ਔਰ ਟਵੀਟ ਰਾਹੀਂ ਇਹ ਗੱਲ ਕੀਤੀ ਕਿ ਤੁਹਾਡੇ ਕੋਲ ਉਸ ਸਮੇਂ ਦੇ 55 ਲੱਖ ਰੁਪਏ ਜਿਹੜੇ ਉਹ ਵਸੂਲੇ ਜਾਣਗੇ, ਜਿਹੜੇ ਤੁਸੀਂ ਉਸ ਸਮੇਂ ਪ੍ਰਾਈਵੇਟ ਵਕੀਲਾਂ ਨੂੰ ਮੁਖਤਾਰ ਅੰਸਾਰੀ ਦੀ ਪੈਰਵੀ ਕਰਨ ਦੇ ਮੁੱਦੇ ਤੇ ਦਿੱਤੀ। ਇਹ ਇੱਕ ਟਵੀਟ 'ਚ ਉਹਨਾਂ ਨੇ ਜਾਣਕਾਰੀ ਦਿੱਤੀ। ਇਹ ਟਵੀਟ ਆਉਣਾ ਹੀ ਸੀ ਕਿ ਦੂਜੇ ਪਾਸੇ ਕੁਦਰਤੀ ਤੌਰ ਤੇ ਜਵਾਬ ਆਉਣੇ ਸ਼ੁਰੂ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦੇ ਦਿੱਤਾ ਕਿ ਹਾਂ ਭਾਈ ਇਹ ਕੋਈ ਇੱਦਾਂ ਦਾ ਹੈ ਨਹੀਂ, ਮੁੱਖ ਮੰਤਰੀ ਸਾਹਿਬ ਨੂੰ ਕੋਈ ਪਤਾ ਨਹੀਂ ਕੰਮ ਕਰਨ ਦਾ। ਸੁਖਜਿੰਦਰ ਸਿੰਘ ਰੰਧਾਵੇ ਨੇ ਵੀ ਇੰਨੀ ਗੱਲ ਕਹੀ ਕਿ ਹਾਂ ਭਾਈ ਕੋਈ ਗੱਲ ਨਹੀਂ, ਜੇ ਕੋਈ ਨੋਟਿਸ ਆਊਗਾ ਤਾਂ ਵੇਖ ਲਾਂਗੇ। ਇਹੋ ਜਿਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਕਹਿਣ ਦਾ ਅਰਥ ਆ ਕਿ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਟਵੀਟ ਦੇ ਨਾਲ ਪੰਜਾਬ ਦੀ ਸਿਆਸਤ, ਖਾਸ ਤੌਰ ਤੇ ਹੁਣ ਭਾਜਪਾਈ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿੰਨੇ ਜਣੇ ਆਮੋ ਸਾਹਮਣੇ ਜਿਹੜੇ ਉਹ ਹੋ ਗਏ। ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾਂਦੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਾਇਆ ਕਿ ਇੱਦਾਂ ਦੀ ਕੋਈ ਗੱਲ ਹੀ ਨਹੀਂ, ਠੀਕ ਹੈ, ਜਦੋਂ ਕੋਈ ਮੇਰੇ ਤੋਂ ਇਲਜ਼ਾਮ ਪੁੱਛੇਗਾ ਤਾਂ ਫਿਰ ਨੋਟਿਸ ਦੇਵਾਂਗੇ, ਕਿ ਗੱਲਬਾਤ ਹੋਏਗੀ। ਨੋਟਿਸ ਦਾ ਜਵਾਬ ਮੈਂ ਮਾਨ ਹੱਤਕ ਦੇ ਦਾਅਵੇ ਦੇ ਰੂਪ ਦੇ ਵਿੱਚ ਦਾਂਗਾ। ਬਹੁਤ ਕੁਝ ਉਹਨਾਂ ਨੇ ਕੀਤਾ ਤੇ ਇਹ ਪ੍ਰੈਸ ਕਾਨਫਰੰਸ ਦੇ 2 ਘੰਟੇ ਬੀਤਣ ਬਾਅਦ ਹੀ ਜਾਂ 1.5 ਘੰਟੇ ਬਾਅਦ ਹੀ ਫਿਰ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਆ ਜਾਂਦਾ, ਜਿਹਦੇ ਵਿੱਚ ਉਹ ਇੱਕ ਅੰਗਰੇਜ਼ੀ ਦੀ ਚਿੱਠੀ ਹੁੰਦੀ ਹੈ ਤੇ ਕਹਿੰਦੇ ਨੇ ਆਹ ਚੁੱਕੋ ਜੀ ਰੰਧਾਵਾ ਸਾਹਿਬ ਆਪਣਾ ਨੋਟਿਸ। ਇਸ ਤਰ੍ਹਾਂ ਦਾ ਉਹ ਗੱਲਬਾਤ ਕਰਦੇ। ਪਰ ਕੱਲ ਇੱਕ ਨੋਟਿਸ ਨਹੀਂ ਮਾਨ ਸਾਹਿਬ ਜਾਰੀ ਹੋਇਆ, ਬਲਕਿ ਕੱਲ 2 ਨੋਟਿਸ ਜਿਹੜੇ ਆ ਜਾਰੀ ਹੋਏ ਨੇ। ਪਹਿਲੇ ਤਾਂ ਨੋਟਿਸ ਦੀ ਆਪਾਂ ਗੱਲ ਕਰੀਏ, ਨੋਟਿਸ ਹੁੰਦਾ ਕੀ ਹੈ? ਨੋਟਿਸ ਉਹ ਆ ਕਿ ਜਿਹਦੇ ਵਿੱਚ ਜਿਸ ਤਰੀਕੇ ਨਾਲ ਵਰਸਿਸ ਕਰਕੇ
ਅਗਲੇ ਨੂੰ ਸਵਾਲ ਪੁੱਛੇ ਜਾਣ, ਅਸੀਂ ਉਸ ਨੂੰ ਨੋਟਿਸ ਮੰਗਣੇ ਕਿ ਜਿਸ ਤਰ੍ਹਾਂ ਮੰਨ ਲਓ ਕਿ ਭਗਵੰਤ ਮਾਨ ਵਰਸਸ ਸਟੇਟ, ਇਸ ਤਰੀਕੇ ਦਾ ਸਵਾਲ ਜਿਹੜਾ ਨੋਟਿਸ ਦੇ ਰੂਪ ਦੇ ਵਿੱਚ ਜਾਂਦਾ ਕਿ ਹਾਂ ਤੁਹਾਨੂੰ ਇਹ ਨੋਟਿਸ ਜਾਰੀ ਕੀਤਾ ਜਾ ਰਿਹਾ। ਪਰ ਭਗਵੰਤ ਮਾਨ ਨੇ ਜਿਹੜਾ ਨੋਟਿਸ ਆਪਣੇ ਟਵਿੱਟਰ ਤੇ ਪਾਇਆ ਉਹ ਇੱਕ ਸਧਾਰਨ ਲੈਟਰ ਸੀ, ਜਿਹਦੇ ਸੰਬੰਧੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਇਹ ਤਾਂ ਮੁੱਖ ਸਕੱਤਰ ਦੇ ਦਫ਼ਤਰ ਦੀ ਇੱਕ ਨੋਟਿਸ ਹੈਗਾ, ਉਹਦੀ ਕਾਪੀ ਨੋਟ ਹੈਗਾ, ਨੋਟਿੰਗ ਉਹਦੀ ਹੈਗੀ ਹੈ। ਫਿਰ ਦੂਜੇ ਪਾਸੇ ਇੱਕ ਜੇਲ੍ਹ ਵਿਭਾਗ ਵੱਲੋਂ ਨੋਟਿਸ ਜਿਹੜਾ ਉਹ ਜਾਂਦਾ, ਜੇਲ੍ਹ ਵਿਭਾਗ ਨੋਟਿਸ ਕੈਪਟਨ ਅਮਰਿੰਦਰ ਸਿੰਘ ਨੂੰ ਕੱਢਦਾ ਤੇ ਦੂਸਰੇ ਪਾਸੇ ਜਿਹੜਾ ਆਪਣੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਵੀ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਜੀ। ਹੁਣ ਬੜੀ ਇੰਟਰਸਟਿੰਗ ਗੱਲ ਆ, ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ 55 ਲੱਖ ਦੀ ਗੱਲ ਕਰ ਰਹੇ ਕਿ 55 ਲੱਖ ਜਿਹੜਾ ਉਹ ਆਧਾਰ ਇਹਨਾਂ ਕੋਲ ਲਿਆ ਜਾਵੇ ਕਿ ਜੇਕਰ ਇਹਨਾਂ ਨੇ ਨਾ ਦਿੱਤੇ ਤੇ ਇਹਨਾਂ ਦੀਆਂ ਸਰਕਾਰੀ ਸਹੂਲਤਾਂ, ਸਰਕਾਰੀ ਪੈਨਸ਼ਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਫਿਰ ਇੱਕ ਨੋਟਿਸ ਹੋਰ ਜਾਂਦਾ, ਇੱਕ ਚਿੱਠੀ ਜਿਹੜੀ ਹੋਰ ਜਾਂਦੀ ਅੰਗਰੇਜ਼ੀ ਦੇ ਵਿੱਚ ਜਿਹੜੀ ਲਿਖੀ ਜਾਂਦੀ ਹੈ, ਜਿਹਦੇ ਵਿੱਚ ਜੇਲ੍ਹ ਵਿਭਾਗ ਨੇ ਜਿਹੜੀ ਲਿਖੀ ਆ ਉਹਦੇ 'ਚ 17.60 ਲੱਖ ਦੀ ਗੱਲ ਕੀਤੀ ਹੈ ਕਿ ਹਾਂ ਭਈ ਇਹੋ ਗੱਲ 17.60 ਲੱਖ ਰੁਪਈਆ ਹੀ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਆ। ਹੁਣ ਮਸਲਾ ਕੁੰਡੀ ਜਿਹੜੀ ਇੱਥੇ ਫਸਦੀ ਹੈ, ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦਾਅਵਾ ਜਿਹੜਾ ਆ ਉਹ 55 ਲੱਖ ਦਾ ਕਰ ਰਹੇ ਆ, ਸੁਖਜਿੰਦਰ ਸਿੰਘ ਰੰਧਾਵਾ 17.60 ਲੱਖ ਦਾ ਕਰਦਾ, ਤਾਂ ਉਹੋ ਹੀ ਦਾਅਵਾ ਜੇਲ੍ਹ ਵਿਭਾਗ ਵੱਲੋਂ ਜਿਹੜੀ ਜਾਰੀ, ਜੇਲ੍ਹ ਸੁਪਰਡੈਂਟ ਵੱਲੋਂ ਜਾਰੀ ਜਿਹੜੀ ਚਿੱਠੀ ਆ ਉਹਦੇ ਵੱਲੋਂ ਜਿਹੜਾ 17.60 ਲੱਖ ਦਾ ਕੀਤਾ ਜਾਂਦਾ। ਹੁਣ ਇਹਨਾਂ ਦੇ ਵਿੱਚ ਜੇਕਰ ਨੋਟਿਸ ਦੇ ਰੂਪ ਦੇ ਵਿੱਚ ਵੇਖਾਂ ਤਾਂ ਫਿਰ ਜਿਹਦੇ ਵਿੱਚ 17.60 ਲੱਖ ਲਿਖਿਆ ਉਹ ਪੂਰਨ ਤੌਰ ਤੇ ਸਹੀ ਨੋਟਿਸ ਲੱਗਦਾ। ਹੁਣ 55 ਲੱਖ ਮੁੱਖ ਮੰਤਰੀ ਸਾਹਿਬ ਦਾ ਪਤਾ ਨਹੀਂ ਕਿਹੜਾ ਡ੍ਰੀਮ ਸੁਪਨਾ ਜਿਸ ਦੇ ਆਧਾਰ ਤੇ ਉਹਨਾਂ ਨੇ ਗੱਲ ਇਹੋ ਜਿਹੀ ਕੀਤੀ ਹੈ। ਹੁਣ ਇਹਦੇ ਪਿੱਛੇ ਦੋ ਗੱਲਾਂ ਬੜੀਆਂ ਮਹੱਤਵਪੂਰਨ ਨੇ ਜਿਨ੍ਹਾਂ ਦੇ ਉੱਤੇ ਚਰਚਾ ਜਿਹੜੀ ਕਰਨੀ ਬਣਦੀ ਹੈ। ਬੀਤੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਮੇਂ ਦੇ ਵਿੱਚ ਕਾਹਲੀ ਜਿਹੜੀ ਵਰਤੀ ਜਾਂਦੀ ਹੈ, ਚਾਹੇ ਉਹ ਚਰਨਜੀਤ ਸਿੰਘ ਚੰਨੀ ਦਾ ਮੁੱਦਾ ਹੋਵੇ, ਚਾਹੇ ਗੋਲਡੀ ਬਰਾੜ ਦਾ ਮੁੱਦਾ ਹੋਵੇ, ਚਾਹੇ ਵਿਜੇ ਸਿੰਗਲਾ ਦਾ ਮੁੱਦਾ ਹੋਵੇ, ਚਾਹੇ ਫੌਜਾ ਸਿੰਘ ਸਰਾਰੀ ਦਾ ਮੁੱਦਾ, ਚਾਹੇ ਵਿਜੇ ਰਤਨ ਦਾ ਮੁੱਦਾ ਹੋਵੇ, ਬੜੇ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਮੁੱਖ ਮੰਤਰੀ ਸਾਹਿਬ, ਚਾਹੇ ਜਿਹੜਾ ਰਾਜਜੀਤ ਸਿੰਘ ਜਿਹੜਾ DIC ਸੀ ਉਹਦੇ ਸੰਬੰਧ ਵਿੱਚ ਹੋਵੇ, ਕਿ ਮੁੱਖ ਮੰਤਰੀ ਸਾਹਿਬ ਬੜੀ ਜਲਦੀ ਆਣ ਕੇ ਇਹਨਾਂ ਦੇ ਉੱਤੇ ਦਾਅਵੇ ਕਰ ਦਿੰਦੇ ਆ, ਬਿਆਨ ਜਾਰੀ ਕਰ ਦਿੰਦੇ ਆ, ਤੇ ਜਦੋਂ ਬਿਆਨ ਜਾਰੀ ਕਰ ਦਿੰਦੇ ਆ ਤੇ ਜਦੋਂ ਉਹਨਾਂ ਉੱਤੇ ਕਾਰਵਾਈ ਦੀ ਗੱਲ ਹੁੰਦੀ ਹੈ ਤੇ ਉਹ ਕਾਰਵਾਈ ਬਿਲਕੁਲ ਠੁੱਸ ਹੋ ਜਾਂਦੀ ਹੈ। ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ 2 ਕਰੋੜ ਦਾ ਗੱਲ ਕਰਦੇ ਆ, ਪ੍ਰੈਸ ਕਾਨਫਰੰਸ ਕਰਦੇ ਆ, ਸੰਬੰਧਿਤ ਪਾਰਟੀ ਨੂੰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਿਠਾਉਂਦੇ ਆ, ਗੱਲਬਾਤ ਜ਼ਰੂਰ ਹੁੰਦੀ ਆ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਹੁਣ 55 ਲੱਖ ਦੀ ਗੱਲ ਹੋ ਰਹੀ ਹੈ, ਪਰ ਉਹਦੇ ਸੰਬੰਧ ਵਿੱਚ ਨਾ ਤਾਂ ਅੱਜ ਤੱਕ ਕੋਈ ਐਪਲੀਕੇਸ਼ਨ ਵਿਜੀਲੈਂਸ ਨੂੰ ਦਿੱਤੀ ਗਈ ਤੇ ਨਾ ਹੀ ਵਿਜੀਲੈਂਸ ਵੱਲੋਂ ਕੋਈ ਅੱਜ ਤੱਕ ਕੋਈ ਕਾਰਵਾਈ ਹੋਈ। ਉਹ ਮਸਲਾ ਉਸੇ ਤਰੀਕੇ ਨਾਲ ਕੱਟੇ ਬਿੱਟੀਆਂ ਰੁਲ ਗਿਆ ਚਰਨਜੀਤ ਸਿੰਘ ਚੰਨੀ ਦੇ ਸੰਬੰਧ ਵਿੱਚ। ਹੁਣ ਦੂਸਰਾ ਮੁੱਦਾ ਜਿਹੜਾ ਉਸ ਤੋਂ ਇਲਾਵਾ ਹੋਰ ਉਹਨਾਂ ਨੇ ਕਈ ਵਾਰੀ ਰਾਜਸਥਾਨ ਦੇ ਵਿੱਚ ਬਾਡੀ ਬਿਲਡਿੰਗ ਜਿਹੜਾ ਬੱਸਾਂ ਦੀਆਂ ਜਿਹੜੀਆਂ ਬਾਡੀਜ਼ ਦੀਆਂ ਉਹਨਾਂ ਦਾ ਵੀ ਠੁੰਦੇ ਆ, ਪਰ ਖੈਰ ਉਹ ਇੱਕ ਅਲੱਗ ਤਰ੍ਹਾਂ ਦੀ ਗੱਲ ਹੈ। ਹੁਣ ਇਹ 55 ਲੱਖ ਤੇ 17.60 ਲੱਖ ਦੀ ਗੱਲ ਵਿੱਚ ਸੱਚਾ ਕੌਣ ਆ? ਜੇਕਰ ਜੇਲ੍ਹ ਵਿਭਾਗ ਨੇ ਜਿਸ ਤਰੀਕੇ ਨਾਲ ਨੋਟਿਸ ਜਾਰੀ ਕੀਤਾ ਉਹਦੇ ਵਿੱਚ ਤਾਂ ਉਹਨਾਂ 17.60 ਦੀ ਗੱਲ ਕੀਤੀ ਹੈ, ਜੋ ਬਿਲਕੁਲ ਠੀਕ ਲੱਗਦੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਇੱਕ ਚਿੱਠੀ ਜਿਹੜੀ ਆ ਉਹ ਤਾਂ ਜਾਰੀ ਕਰਤੇ ਕਿ ਚੱਕੋ ਜੀ ਨੋਟ ਜਿਹੜੀ ਹੈਗੀ ਹੈ। ਸੋ ਉਸ ਸੰਬੰਧ ਦੇ ਵਿੱਚ ਪ੍ਰਮਾਣਿਕਤਾ ਜਿਹੜੀ ਆ 17.60 ਤੇ ਸੁਖਜਿੰਦਰ ਸਿੰਘ ਰੰਧਾਵੇ ਦੀ ਹੈ। ਹੁਣ ਇਸ ਸਭ ਕਾਸੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਰੋਲ ਦੀ ਭੂਮਿਕਾ ਦੀ ਗੱਲ ਆ ਸਕਦੀ ਕਿ ਜਿਹੜੇ ਭਗਵੰਤ ਮਾਨ ਹੋਣੀ ਆ ਉਹ ਜਿਹੜਾ ਏਡੀ ਛੇਤੀ ਫਾਇਰ ਖੋਲਦੇ ਆ, ਕੇਵਲ ਤੇ ਕੇਵਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਨਤਾ ਦੇ ਵਿੱਚ ਵਾਹ ਖੱਟਣ ਦੇ ਮਨੋਰਥ ਦੇ ਨਾਲ ਹੀ ਉਹਨਾਂ ਨੇ ਇਹੋ ਜਿਹੇ ਬਿਆਨ ਜਿਹੜੇ ਦਾਗੜੇ ਹੁੰਦੇ ਆ। ਠੀਕ ਹੈ, ਇੱਕ ਵਾਰੀ ਟਵੀਟ ਕਰ ਦਿਓ, ਵੱਡੀ ਗੱਲ ਹੈ ਕਿ ਅੱਜ ਕੱਲ੍ਹ ਇਹ ਟਵੀਟ ਦਾ ਸਮਾਂ, ਇੱਕ ਨਿੱਘਾ ਜਿਹਾ ਟਵੀਟ ਛੱਡ ਦਿਓ, ਟਵੀਟ ਦੀ ਨਾ ਕੋਈ ਅਹਿਮੀਅਤ ਆ, ਠੀਕ ਆ ਪਬਲਿਕ ਉਸ ਨੂੰ ਪੜ੍ਹਦੀ ਆ, ਪਰ ਉਸ ਦੀ ਕਾਨੂੰਨੀ ਮਹੱਤਤਾ ਜਿਹੜੀ ਆ ਆਪਣੇ ਮਾਨ ਸਾਹਿਬ ਕੁਝ ਨਹੀਂ ਹੁੰਦੀ ਹੈਗੀ। ਹੁਣ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਝੂਠ ਆ, ਜੇਕਰ ਤੱਥਾਂ ਦੇ ਆਧਾਰ ਤੇ ਗੱਲ ਕਰੀ ਤੇ ਬਿਲਕੁਲ ਇਹ ਝੂਠ ਠੀਕ ਲੱਗਦਾ। ਇੱਥੇ ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਉਹਨਾਂ ਦਾ ਆਪਣਾ ਹੀ ਜੇਲ੍ਹ ਵਿਭਾਗ 17.60 ਲੱਖ ਦੀ ਗੱਲ ਕਰ ਰਿਹਾ। ਇਹੋ ਹੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਕਰਦਾ ਤੇ ਫਿਰ 55 ਲੱਖ ਕਿਸ ਹਿਸਾਬ ਨਾਲ ਆ ਗਏ? ਘੱਟ ਤੋਂ ਘੱਟ ਜਦੋਂ ਇਹ ਚਰਚਾ ਆਈਆਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਟਵੀਟ ਕਰਕੇ ਇਹ ਸਪਸ਼ਟ ਕਰ ਦੇਣਾ ਚਾਹੀਦਾ ਸੀ ਕਿ ਹਾਂ ਵੀ 55 ਲੱਖ ਨਹੀਂ 17.60 ਲੱਖ ਆ। ਜਾਂ ਤਾਂ ਫਿਰ ਮਾਨ ਸਾਹਿਬ ਦੋ ਗੱਲਾਂ ਨੇ ਕਿ ਅਫਸਰਸ਼ਾਹੀ ਜਿਹੜੀ ਮੌਜੂਦਾ ਅਫਸਰਸ਼ਾਹੀ ਭਗਵੰਤ ਮਾਨ ਦੇ ਕੰਟਰੋਲ ਹੇਠ ਨਹੀਂ ਹੈ, ਜਾਂ ਦੂਸਰਾ ਕਾਰਨ ਇਹ ਆ ਕਿ ਮੁੱਖ ਮੰਤਰੀ ਸਾਹਿਬ ਆਪਣਾ ਹੋਮਵਰਕ ਠੀਕ ਤਰੀਕੇ ਨਾਲ ਕਰਕੇ ਨਹੀਂ ਆਉਂਦੇ। ਤੀਸਰਾ ਕਾਰਨ ਇਹ ਆ ਕਿ ਸ਼ਾਇਦ ਉਹਨਾਂ ਨੂੰ ਤੱਥਾਂ ਦੀ ਸਹੀ ਜਾਣਕਾਰੀ ਹੀ ਨਹੀਂ ਹੁੰਦੀ, ਉਹ ਸਿੱਧਾ ਹੀ ਆਉਂਦੇ ਆ, ਬਿਆਨ ਨਹੀਂ ਦਾਗ ਟਵੀਟ ਕਰਦੇ ਆ, ਚੁੱਪ ਕਰਕੇ ਚਲੇ ਜਾਂਦੇ, ਬਾਅਦ ਚ ਰੌਲਾ ਪੈਂਦਾ 2-3 ਦਿਨ, ਤਾਂ ਬਾਅਦ ਵਿੱਚ ਕੰਮ ਜਿਹੜਾ ਖਤਮ ਹੋ ਜਾਂਦਾ। ਹੁਣ ਤੱਕ ਦੀ ਜੇਕਰ ਭਗਵੰਤ ਮਾਨ ਦੀ ਰਾਜਨੀਤੀ ਦੀ ਮੈਂ ਗੱਲ ਕਰਾਂ, ਜਿਹੜੀ ਪਿਛਲੇ ਸਾਲ ਦੇ 1.5 ਸਾਲ ਦੀ ਰਾਜਨੀਤੀ ਔਰ ਕਾਰਜਸ਼ੈਲੀ ਦੀ ਗੱਲ ਕਰਾਂ, ਮੁੱਖ ਮੰਤਰੀ ਸਾਹਿਬ ਆਪਣੇ ਸੁਭਾਅ ਦੇ ਕਾਲੇ ਰੂਪ ਦੇ ਵਿੱਚ ਆਉਂਦੇ ਆ, ਕਾਲੇ ਰੂਪ ਦੇ ਵਿੱਚ ਬਿਆਨ ਦਾਗਦੇ ਆ, ਟਵੀਟ ਕਰਦੇ ਆ,
ਤੇ ਮਸਲਾ ਜਦੋਂ ਰੌਲਾ ਪੈਂਦਾ 2-3 ਦਿਨ ਉਸ ਰੌਲੇ ਦਾ ਸਵਾਦ ਲੈਂਦੇ ਆ, ਬਾਅਦ ਦੇ ਵਿੱਚ ਉਹ ਮਸਲਾ ਘੱਟੇ ਕੌਡੀਆਂ ਰੁਲ ਜਾਂਦਾ। ਨਾ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਉਸ ਮਸਲੇ ਦੇ ਸੰਬੰਧੀ ਬਣਿਆ ਕੀ। ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਮਸਲੇ ਦੇ ਵਿੱਚ ਜਿਹੜਾ 2 ਕਰੋੜ ਦਾ ਮੁੱਦਾ ਸੀ, ਅਜੇ ਤੱਕ ਕੋਈ ਪਤਾ ਹੀ ਨਹੀਂ ਕਿ ਖਿਡਾਰੀਆਂ ਦਾ ਕੀ ਬਣਿਆ। ਹੁਣ ਇਹ ਜਿਹੜੀਆਂ ਸਥਿਤੀਆਂ ਨੇ, ਮੌਜੂਦਾ ਸਥਿਤੀਆਂ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਆਮੋ ਸਾਹਮਣੇ ਆ ਗਏ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਠੀਕ ਹੈ ਤੁਸੀਂ ਮੇਰੀ ਪੈਨਸ਼ਨ ਬੰਦ ਕਰਕੇ ਖਾਓ, ਮੈਂ ਹਾਈ ਕੋਰਟ 'ਚ ਜਾਵਾਂਗਾ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵੇ ਨੇ ਵੀ ਇਹ ਗੱਲ ਕਹਿਤੀ ਕਿ ਹਾਂਜੀ ਵੀ ਨੋਟਸ ਕੱਢੋ, ਮਾਨ ਹੱਦ ਤੱਕ ਦਾ ਮੈਂ ਦਾਅਵਾ ਕਰਾਂਗਾ। ਜਿਹੜਾ ਟਵੀਟ ਤੇ ਪਾਇਆ ਉਹ ਇਹ ਕੇਸ ਰੂਪ ਦੇ ਵਿੱਚ ਵੀ ਨੋਟਸ ਨਹੀਂ ਉਹਨੂੰ ਕਹਿ ਸਕਦੇ, ਨੋਟਸ ਤਾਂ ਜਿਹੜਾ ਉਹ ਬਾਅਦ 'ਚ ਜਾਂਦਾ ਹੈਗਾ, ਜਿਹਦੇ ਵਿੱਚ 17.60 ਦੀ ਗੱਲ ਹੈਗੀ ਹੈ। ਸੋ ਇਸ ਤਰੀਕੇ ਦੀ ਜਿਹੜੀ ਹਾਸੋਹੀਣੀ ਸਥਿਤੀ ਜਿਹੜੀ ਬਣ ਰਹੀ ਆ, ਖਾਸ ਤੌਰ ਤੇ ਭਗਵੰਤ ਮਾਨ ਹੋਣਾ ਦੇ ਸੰਦਰਭ ਦੇ ਵਿੱਚ, ਇਹਦੇ ਵਿੱਚ ਸਰਕਾਰ ਨੂੰ ਜ਼ਰੂਰ ਸਪਸ਼ਟ ਕਰ ਦੇਣਾ ਚਾਹੀਦਾ ਕਿ ਸਰਕਾਰ ਇਹਦੇ ਸੰਬੰਧ ਵਿੱਚ ਉਸ ਦੇ ਕੋਲ ਅਸਲ ਜਾਣਕਾਰੀ ਹੈ ਕੀ। ਕਿਉਂਕਿ ਇਹ ਰੌਲਾ ਅੱਜ ਦਾ ਨਹੀਂ ਪੈ ਰਿਹਾ, ਇਹ ਰੌਲਾ ਪਹਿਲਾਂ ਵੀ ਪਿਆ। ਰੌਲਾ ਉਦੋਂ ਵੀ ਪਿਆ ਕਿ ਜਦੋਂ ਮੁਖਤਾਰ ਅੰਸਾਰੀ ਦੇ ਸੰਬੰਧ ਵਿੱਚ ਸਰਕਾਰ 2021 ਦੀ ਗੱਲ ਕਰ ਰਿਹਾ ਕਿ ਉਸ ਦੀ ਜੇਲ੍ਹ ਦੇ ਬਾਹਰ ਇੱਕ ਐਂਬੂਲੈਂਸ ਖਲੋਤੀ ਰਹਿੰਦੀ ਆ, ਉਹ ਘਰ ਦੀਆਂ ਸਹੂਲਤਾਂ ਮੰਨਦਾ। ਬਹੁਤ ਕੁਝ ਇਦਾਂ ਦਾ ਹੋਇਆ। ਪੰਜਾਬ ਦੀ ਜਨਤਾ 55 ਲੱਖ 17.60 ਲੱਖ ਇਸ ਦੇ ਨਾਲ ਕੋਈ ਮੁਰਤੀ, ਪਰ ਪੰਜਾਬ ਦੀ ਜਨਤਾ ਇਹ ਜ਼ਰੂਰ ਚਾਹੁੰਦੀ ਹੈ ਕਿ ਅਸਲ ਤੱਥ ਸਾਹਮਣੇ ਆਉਣ ਕਿ ਕਾਂਗਰਸ ਸਰਕਾਰ ਦੇ ਸਮੇਂ ਕਿਹੋ ਜਿਹਾ ਗੈਂਗਸਟਰਾਂ ਦੇ ਨਾਲ ਕਾਲਾ ਮਾਲਾ ਜਿਹੜਾ ਹੁੰਦਾ ਰਿਹਾ। ਹੁਣ ਜਿਸ ਤਰੀਕੇ ਨਾਲ ਗੈਂਗਸਟਰਾਂ ਨੂੰ ਲੈ ਕੇ ਮੌਜੂਦਾ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਸਵਾਲ ਉੱਠਦੇ ਆ ਕਿ ਉਸ ਸਮੇਂ ਵੀ ਅਜਿਹੀ ਪ੍ਰਵਿਰਤੀ ਸੀ ਕਿ ਜੇਲ੍ਹਾਂ ਦੇ ਅੰਦਰ ਗੈਂਗਸਟਰਾਂ ਨੂੰ ਬੈਠ ਕੇ ਪਨਾਹ ਜਿਹੜੀ ਦਿੱਤੀ, VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਚਰਚਾ ਜਿਹੜੀ ਆ ਇਸ ਵਿਸ਼ੇ ਤੇ ਹੋਣੀ ਚਾਹੀਦੀ ਆ। ਬਾਕੀ ਸਰਕਾਰੀ ਖਜ਼ਾਨੇ ਚੋਂ ਕਿਸੇ ਨੇ 55 ਲੱਖ ਲੁੱਟਿਆ, ਕਿਸੇ ਨੇ 17.60 ਲੱਖ ਲੁੱਟਿਆ, ਉਹਦੇ ਕੋਲ ਜ਼ਰੂਰ ਵਸੂਲ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਫਾਇਦਾ। ਪਰ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਇਹ ਜ਼ਰੂਰ ਚਾਹੀਦਾ, ਭਗਵੰਤ ਮਾਨ ਹੋਣਾ ਨੂੰ, ਕਿ ਜਿਹੜੀ ਅਸਲ ਸਥਿਤੀ ਆ, ਅਸਲ ਅਮਾਉਂਟ ਜਿਹੜੀ ਆ ਉਹ ਸਾਹਮਣੇ ਜਾਰੀ ਕੀਤੀ ਜਾਵੇ ਕਿ ਹਾਂ ਵੀ ਅਸਲ ਸਥਿਤੀ ਹੈ ਕੀ। ਇਦਾਂ ਨਾ ਹੋਵੇ ਕਿ ਜਿਸ ਤਰੀਕੇ ਨਾਲ ਇਹ ਹੁਣ ਰੌਲਾ ਪੈ ਗਿਆ 2-3 ਦਿਨ ਹੁਣ ਵਾਹਵਾ ਅਖਬਾਰਾਂ 'ਚ ਰਹਿਣਗੇ। ਅਸਲ 'ਚ ਜਿਹੜੀ ਮੈਂ ਕਾਰਜਸ਼ੈਲੀ ਵਾਲੀ ਗੱਲ ਮੇਰੀ ਪਿੱਛੇ ਰਹਿ ਗਈ, ਜਿਹੜੀ ਮੈਂ ਸ਼ੁਰੂ ਕੀਤੀ ਕੰਪਲੀਟ ਨਹੀਂ ਸਾ ਕਰ ਸਕਿਆ। ਭਗਵੰਤ ਮਾਨ ਦੀ ਕਾਰਜਸ਼ੈਲੀ ਸਿਰਫ ਤੇ ਸਿਰਫ ਜਿਸ ਤਰੀਕੇ ਨਾਲ ਇਸ਼ਤਿਹਾਰਬਾਜ਼ੀ ਕਰਨ ਦੇ ਸੰਬੰਧ ਵਿੱਚ ਹੈਗੀ ਆ, ਉਸੇ ਤਰੀਕੇ ਨਾਲ ਲੱਗਦਾ ਕਿ ਬਿਆਨ ਦੇ ਕੇ ਮੀਡੀਆ ਦੇ ਅੰਤਰਗਤ ਹੀ ਆਪਣੇ ਆਪ ਨੂੰ ਸ਼ਾਇਰ ਰੱਖਣ ਦੀ ਹੈਗੀ ਆ। ਉਹਦੇ ਬਾਅਦ ਦੇ ਵਿੱਚ ਸਰਕਮਸਟੈਂਸ ਜਿਹੜਾ ਆਫਟਰ ਮੈਥ ਉਹਦੇ ਨਤੀਜੇ ਕੀ ਨਿਕਲਦੇ ਜਾਂ ਕੀ ਨਹੀਂ ਨਿਕਲਦੇ, ਇਹਦੇ ਸੰਬੰਧੀ ਮੇਰਾ ਖਿਆਲ ਸ਼ਾਇਦ ਭਗਵੰਤ ਮਾਨ ਹੋਣਾ ਨੇ ਕਦੀ ਅੰਦਾਜ਼ਾ ਨਹੀਂ ਲਾਇਆ ਕਿ ਇਹਦੇ ਨਾਲ ਉਹਨਾਂ ਦੀ ਜਿਹੜੀ ਇੱਕ ਗਰਮ ਆ ਉਹ ਜ਼ਰੂਰ ਡਿੱਗਦੀ ਆ। ਕਿਉਂਕਿ ਜਦੋਂ ਉਹਨਾਂ ਦੇ ਅਸਲ ਤੱਥ ਹੀ ਜੋ ਬੋਲਦੇ ਨੇ, ਉਹ ਜਿਹੜੇ ਤੱਥ ਪੇਸ਼ ਕਰਦੇ ਨੇ, ਅਖੀਰ ਉਹੋ ਹੀ ਤੱਥ ਝੂਠੇ ਪੈ ਜਾਂਦੇ ਨੇ। ਉਹਦੇ ਸੰਬੰਧ ਦੇ ਵਿੱਚ ਸ਼ਾਇਦ ਉਹਨਾਂ ਕੋਲ ਫਿਰ ਜਵਾਬ ਜਿਹੜਾ ਨਹੀਂ ਹੁੰਦਾ। ਸੋ ਇਸ ਸੰਬੰਧ ਵਿੱਚ ਆ ਜੋ ਕੁਝ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋ ਰਿਹਾ ਜੀ, ਇੱਕ ਭੁਚਾਲ ਵਰਗੀ ਸਥਿਤੀ ਆ। ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਹੈ, ਸਾਬਕਾ ਉਪ ਮੁੱਖ ਮੰਤਰੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੈ, 2 ਵਾਰ ਦੇ ਉਹਨਾਂ ਨੇ ਇੰਨੀ ਗੱਲ ਲਿਖੀ ਆ। ਤੇ ਤੀਸਰੇ ਪਾਸੇ ਜੇਕਰ ਹੁਣ ਮੌਜੂਦਾ ਮੁੱਖ ਮੰਤਰੀ ਇਸ ਤਰੀਕੇ ਦਾ ਉਹਨਾਂ ਤੇ ਇਲਜ਼ਾਮ ਲਾਉਂਦੇ ਨੇ, ਤਾਂ ਜਦੋਂ ਉਹ ਇਹਨਾਂ ਇਲਜ਼ਾਮਾਂ ਨੂੰ ਉਸੇ ਵੇਲੇ ਝੂਠੇ ਸਿੱਧ ਕਰ ਦਿੰਦੇ ਨੇ ਔਰ ਜੋ ਕੁਝ ਬਾਅਦ ਦੀ ਚਿੱਠੀ ਜਿਹੜੀ ਨੋਟਸ ਆਉਂਦਾ ਉਹਦੇ ਵਿੱਚ 17.60 ਲਿਖਿਆ, ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਘਰੋਂ ਆਪਣਾ ਹੋਮਵਰਕ ਠੀਕ ਕਰਕੇ ਲਿਆਉਣ ਤਾਂ ਜੋ ਜਨਤਾ ਦੇ ਵਿੱਚ ਉਹਨਾਂ ਦੀ ਸਥਿਤੀ ਬਾਅਦ ਦੇ ਵਿੱਚ ਹਾਸੋਹੀਣੀ ਵਾਲੀ ਜਿਹੜੀ ਆ ਉਹ ਨਾ ਬਣੇ ਜੀ। ਸੋ ਅਣਖੀ ਜੀ, ਇੱਕ ਅਹਿਮ ਮੈਂ ਹੋਰ ਥੋੜਾ ਸਵਾਲ ਚੁੱਕਣਾ ਪਾਵਾਂਗਾ, ਕਿਉਂਕਿ ਜਦੋਂ ਵੀ ਭਗਵੰਤ ਸਿੰਘ ਮਾਨ ਕੋਈ ਨੋਟਸ ਕਰਦੇ ਨੇ, ਕੋਈ ਚਿੱਠੀ ਕਰਦੇ ਨੇ, ਅਕਸਰ ਉਹ ਪੰਜਾਬੀ ਦੇ ਵਿੱਚ ਹੁੰਦੀ ਹੈ। ਪੰਜਾਬੀ ਨੂੰ ਪ੍ਰਮੋਟ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ। ਤੇ ਪਿਛਲੇ ਦਿਨੀ ਜੇ ਆਪਾਂ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ, ਉਹਨਾਂ ਦਾ ਇੱਕ ਨੋਟਸ ਦੇਖੇ ਜੋ ਸਰਕਾਰ ਨੂੰ ਉਹਨਾਂ ਨੇ ਥਮਾਇਆ ਸੀ, ਇੱਕ ਚਿੱਠੀ ਲਿਖੀ ਸੀ ਵੀ ਸਾਰਾ ਕੁਝ ਪੰਜਾਬੀ 'ਚ ਹੋਣਾ ਚਾਹੀਦਾ। ਸੋ ਹੁਣ ਜਿਹੜਾ ਨੋਟਸ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜਿਆ ਗਿਆ, ਇਹ ਇੰਗਲਿਸ਼ ਦੇ ਵਿੱਚ ਹੈ। ਆਖਿਰ ਇੱਥੇ ਭਗਵੰਤ ਸਿੰਘ ਮਾਨ ਨੇ ਇੰਗਲਿਸ਼ ਦੀ ਟਰਾਂਸਲੇਸ਼ਨ ਕਰਕੇ ਕਿਉਂ ਨਹੀਂ ਭੇਜੀ? ਇਹ ਨੋਟਸ ਇੰਗਲਿਸ਼ ਦੇ ਵਿੱਚ ਕਿਉਂ ਭੇਜਿਆ ਗਿਆ? ਥੋੜਾ ਜਿਹੇ ਤੇ ਵੀ ਚਾਨਣਾ ਪਾ ਦਿਓ। ਸੁਖਵਿੰਦਰ ਜੀ, ਜਿਹੜਾ ਨੋਟਸ ਤੇ ਉਹ ਹੈ ਹੀ ਨਹੀਂ। ਜਿਸ ਤਰੀਕੇ ਨਾਲ ਦਾਵਾ ਜਿਹੜਾ ਕੀਤਾ ਗਿਆ, ਮਾਨ ਸਾਹਿਬ ਤਾਂ ਕਹਿ ਰਹੇ ਨੇ ਵੀ ਨੋਟਸ ਆ ਨਾ ਇਹ, ਲੇਕਿਨ ਭੇਜਿਆ ਇੰਗਲਿਸ਼ ਦੇ ਵਿੱਚ ਆ, ਜਦੋਂ ਕਿ ਬਾਕੀ ਸਭ ਕੁਝ ਉਹ ਪੰਜਾਬੀ 'ਚ ਭੇਜਦੇ ਨੇ, ਟਵੀਟ ਕਰਦੇ ਨੇ ਤਕਰੀਬਨ ਪੰਜਾਬੀ ਦੇ ਵਿੱਚ ਹੀ ਕਰ ਦਿੰਦੇ ਨੇ ਕਿ ਉਹ ਵੀ। ਮੈਂ ਗੱਲ ਮੇਰੀ ਪੂਰੀ ਹੋ ਲੈਂਦੇ ਨਹੀਂ ਸੀ, ਮੈਂ ਫਿਰ ਬਾਅਦ 'ਚ ਤੁਹਾਨੂੰ ਦੱਸਦਾ। ਮੈਂ ਤੁਹਾਨੂੰ ਇਹ ਲੱਗਾ ਸਾਂ ਕਹਿਣ ਕਿ ਨੋਟਸ ਤਾਂ ਉਹ ਹੈ ਹੀ ਨਹੀਂ ਜੀ। ਨੋਟਸ ਤਾਂ ਉਹ ਮੁੱਖ ਸਕੱਤਰ ਤੇ ਦਫ਼ਤਰ ਦੀ ਜਿਹੜੀ ਮੀਟਿੰਗ ਦੀ ਉਹਦੀ ਇੱਕ ਨੋਟਿੰਗ ਦੀ ਕਾਪੀ ਹੈਗੀ ਆ। ਤੁਹਾਡਾ ਜਿਹੜਾ ਪ੍ਰਸ਼ਨ ਸੀ ਕਿ ਉਹ ਆਮ ਤੌਰ ਤੇ ਤਾਂ ਪੰਜਾਬੀ 'ਚ ਗੱਲ ਕਰਦੇ ਆ, ਤਾਂ ਫਿਰ ਉਹ ਇੰਗਲਿਸ਼ ਦੇ ਵਿੱਚ ਇਹ ਜਾਰੀ ਕਰਨ ਦੀ ਕੀ ਲੋੜ ਸੀ? ਮਾਨ ਸਾਹਿਬ, ਇਹ ਉਹਨਾਂ ਦਾ ਨਾ ਆਪਣਾ ਅੰਦਾਜ਼ ਹੈਗਾ। ਜਦੋਂ ਉਹਨਾਂ ਨੇ ਲੋਕਾਂ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਜਾਣਾ ਹੁੰਦਾ, ਉਦੋਂ ਉਹ ਪੰਜਾਬੀ 'ਚ ਚਿੱਠੀ ਜਾਰੀ ਕਰ ਦਿੰਦੇ ਆ, ਤੇ ਜਦੋਂ ਪਤਾ ਲੱਗੇ ਕਿ ਕਿਸੇ ਤਨ ਪੱਤਰ ਗੱਲ ਨਹੀਂ ਲੱਗਣੀ, ਉਦੋਂ ਇੰਗਲਿਸ਼ ਦਾ ਸਹਾਰਾ ਲੈ ਲੈਂਦੇ। ਇਹ ਜਿਹੜਾ ਮੁੱਦਾ, ਇਹ ਮੈਂ ਇਹ ਗੱਲ ਤਾਂ ਕਰਕੇ ਕਹੀ ਆ। ਤੁਹਾਨੂੰ ਯਾਦ ਹੋਊਗਾ ਕਿ ਬੀਤੇ ਦੌਰ ਦੇ ਵਿੱਚ ਜਦੋਂ ਭਗਵੰਤ ਮਾਨ ਹੋਣਾ ਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਣਾ ਨਾਲ ਵੀ ਆਮੋ ਸਾਹਮਣਾ ਹੋਇਆ ਸੀ ਕਿਸੇ ਮੁੱਦੇ ਨੂੰ ਲੈ ਕੇ, ਤਾਂ ਉਸ ਵਕਤ ਮਾਨ ਸਾਹਿਬ ਨੇ 2 ਚਿੱਠੀਆਂ ਜਾਰੀ ਕੀਤੀਆਂ। ਇੱਕ ਚਿੱਠੀ ਜਿਹੜੀ ਉਹਨਾਂ ਨੇ ਪੰਜਾਬੀ 'ਚ ਜਾਰੀ ਕਰਤੀ, ਜਿਹਦੇ ਵਿੱਚ ਬੜੇ ਉਹਨਾਂ ਨੇ ਵੱਡੇ ਦਾਅਵੇ ਕੀਤੇ ਸੀ।
ਤੇ ਦੂਜੇ ਪਾਸੇ ਜਿਹੜੀ ਅੰਗਰੇਜ਼ੀ 'ਚ ਇਹਦੀ ਚਿੱਠੀ ਮਾਨ ਸਾਹਿਬ ਨੇ ਬਰਵਾਰੀ ਨਾਲ ਵਿਰੋਧ ਨੂੰ ਲਿਖੀ, ਉਹਦਾ ਪੂਰਾ ਖਾਕਾ ਹੀ ਜਿਹੜਾ ਬਿਲਕੁਲ ਉਸਦੇ ਉਲਟ ਸੀ। ਕਹਿਣ ਦਾ ਭਾਵ ਕਿ ਮਾਨ ਸਾਹਿਬ ਭਗਵੰਤ ਮਾਨ ਹੋਣੀ ਜਿਹੜੇ ਨੇ ਉਸ ਸਮੇਂ ਤੇ ਸਥਿਤੀ ਦੇ ਅਨੁਸਾਰ ਵੇਖ ਕੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਉਹ ਜਾਰੀ ਕਰਦੇ ਨੇ, ਕਿੱਥੇ ਪੰਜਾਬੀ ਦੀ ਕਰਦੀਆਂ, ਕਿੱਥੇ ਅੰਗਰੇਜ਼ੀ ਦੀ ਕਰਦੀਆਂ, ਤਾਂ ਜੋ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਭਾਲਿਆ ਉਹ ਬਣੀ ਰਹੇ, ਜਿਹੜੀ ਉਹਨਾਂ ਦੀ ਸਥਿਤੀ ਹੈ ਉਹ ਕਾਇਮ ਰਹੇ। ਪਰ ਜਿਸ ਤਰ੍ਹਾਂ ਇਹ ਦੋਹਰੇ ਮਾਪਦੰਡ ਬਣਾਉਣ ਵਾਲੀ ਸਥਿਤੀ ਹੈ, ਇਹ ਉਹਨਾਂ ਦੀ ਸਥਿਤੀ ਨੂੰ, ਉਹਨਾਂ ਦੀ ਸ਼ਖਸੀਅਤ ਵਿੱਚ ਹੋਰ ਥੱਲੇ ਨੂੰ ਗਰਾਫਟ ਜਿਹੜੀ ਲਿਆਉਂਦੀ ਹੈ। ਜੋ ਤੱਥ ਹੁੰਦੇ ਨੇ ਉਹ ਤੱਥਾਂ ਦੇ ਉੱਤੇ ਸਹੀ ਤੌਰ ਤੇ ਉਹਨਾਂ ਨੂੰ ਪੈਰਾ ਦੇਣਾ ਚਾਹੀਦਾ। ਆਹ ਚਿੱਠੀ ਹੁਣ ਤੁਸੀਂ ਅੰਗਰੇਜ਼ੀ ਦੀ ਗੱਲ ਕੀਤੀ ਹੈ ਕਿ ਉਹ ਪਹਿਲਾਂ ਪੰਜਾਬੀ ਦੀ ਪ੍ਰੈਫਰੈਂਸ ਕਰਦੇ ਆ, ਇਹ ਮੁੱਦਾ ਅੱਜ ਨਹੀਂ ਬੀਤੇ ਦੌਰ 'ਚ ਵੀ ਸਾਹਮਣੇ ਇਹ 2 ਚਿੱਠੀਆਂ ਉਹਨਾਂ ਨੇ ਜਾਰੀ ਕੀਤੀਆਂ ਸੀ। ਇੱਕ ਚਿੱਠੀ ਪੰਜਾਬੀ 'ਚ ਤੇ ਗਵਰਨਰ ਨੂੰ ਜਿਹੜੀ ਦਿੱਤੀ ਸੀ ਉਹਨਾਂ ਨੇ ਅੰਗਰੇਜ਼ੀ 'ਚ ਜਿਹੜੀ ਦੇਤੀ ਸੀ। ਇਹ ਬੀਤੇ ਦਿਨਾਂ ਦੇ ਵਿੱਚ ਵੀ ਅਜਿਹਾ ਹੁੰਦਾ ਰਿਹਾ। ਪਰ ਗੱਲ ਆਪਣੇ ਮਾਨ ਸਾਹਿਬ ਇਹ ਨਹੀਂ ਆ ਕਿ ਗੱਲ ਚਿੱਠੀ ਪੰਜਾਬੀ 'ਚ ਆਵੇ, ਅੰਗਰੇਜ਼ੀ 'ਚ ਆਏ। ਸਥਿਤੀ ਇਹ ਆ ਕਿ ਜੋ ਵੀ ਤੁਸੀਂ ਤੱਥ ਪੇਸ਼ ਕਰੋ ਉਹ ਪੂਰਨ ਤੌਰ ਤੇ ਸਹੀ ਹੋਣੇ ਚਾਹੀਦੇ ਆ, ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਦੀ ਇੱਕ ਮਰਿਆਦਾ ਆ। ਚਾਹੇ ਉਹ ਪ੍ਰੈਸ ਕਾਨਫਰੰਸ, ਅੱਛਾ ਇਹ ਤਾਂ ਇੱਕ ਚਲੋ ਬੜੀ ਉਸ ਮੁਕਾਬਲੇ ਬੜੀ ਛੋਟੀ ਘਟਨਾ ਹੈਗੀ ਆ ਕਿ ਜਦੋਂ ਤੁਸੀਂ ਇੱਕ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਰਿਹਾ, ਸਾਬਕਾ ਮੁੱਖ ਮੰਤਰੀ ਦੇ ਖਿਲਾਫ, ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪੀੜਤ ਪਾਰਟੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਬੜੀ ਜ਼ੋਰੋ ਸ਼ੋਰੋ ਨਾਲ ਕਰਦੇ, ਟਾਈਮ ਦਿੱਤਾ ਜਾਂਦਾ, ਟਾਈਮ ਬਾਉਂਡ ਕੀਤਾ ਜਾਂਦਾ, ਤੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਸਰਕਾਰ ਕਰਦੀ ਕੱਖ ਨਹੀਂ, ਮੁੱਖ ਮੰਤਰੀ ਕਰਦਾ ਹੀ ਕੱਖ ਨਹੀਂ, ਤੇ ਫਿਰ ਸੁਖਵਿੰਦਰ ਜੀ ਆਪਣੇ ਆਪ ਹੀ ਵੇਖ ਲੈਣਾ ਚਾਹੀਦਾ ਕਿ ਪੰਜਾਬ ਸਰਕਾਰ ਦੀ ਮੌਜੂਦਾ ਕਾਰਜਸ਼ੈਲੀ ਇਹੋ ਜਿਹੀ ਹੈ। ਜੀ ਸਰ, ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਦੀਆਂ ਚਿੰਤਾਵਾਂ, ਕਿਉਂਕਿ ਇਸ ਮਾਮਲੇ ਦੇ ਵਿੱਚ ਵੀ ਹੁਣ ਚਿੰਤਾਵਾਂ ਤਾਂ ਸਰਕਾਰ ਦੀਆਂ ਵਧੀਆਂ ਨੇ, ਕਿਉਂਕਿ ਹੁਣ ਸੁਖਜਿੰਦਰ ਸਿੰਘ ਰੰਧਾਵਾ ਇਸ ਨੋਟਿਸ ਦੇ ਸੰਬੰਧ ਦੇ ਵਿੱਚ, ਕਿਉਂਕਿ ਡਿਫਰੈਂਸ ਤੁਸੀਂ ਦੱਸਿਆਗਾ 55 ਲੱਖ ਤੇ 17.5 ਲੱਖ ਦੀ ਗੱਲ, 17-60 ਦੀ ਗੱਲ ਹੋ ਰਹੀ ਹੈ। ਉਹਦੇ ਉੱਪਰ ਕਹਿ ਰਹੇ ਨੇ ਵੀ ਮੈਂ ਕੋਰਟ ਦੇ ਵਿੱਚ ਜਾਵਾਂਗਾ ਤੇ ਡੈਫਰੇ ਪਾਵਾਂਗਾ, ਮਾਣਹਾਨੀ ਦਾ ਦਾਅਵਾ ਗੱਲ ਕਰਦੇ ਨਜ਼ਰ ਆ ਰਹੇ ਨੇ ਸੁਖਜਿੰਦਰ ਰੰਧਾਵਾ, ਜਿਸ ਤੋਂ ਬਾਅਦ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਮਾਨ ਸਰਕਾਰ ਦੀਆਂ। ਲੇਕਿਨ ਦੂਸਰੇ ਪਾਸੇ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ। ਮਾਮਲਾ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਆ, ਮਾਮਲਾ ਫੰਡਾਂ ਨੂੰ ਲੈ ਕੇ ਆ। ਉਹ ਪੂਰਾ ਮਾਮਲਾ ਕੀ ਹੈ ਜਿਸ ਦੇ ਵਿੱਚ ਹੁਣ 2 ਹਫ਼ਤੇ ਦੇ ਵਿੱਚ ਸਾਰਾ ਚਿੱਠਾ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵਿੱਚ ਪਹੁੰਚਣਾ ਪਊਗਾ। ਕੀ ਮਾਮਲਾ ਕੀ ਸੀ, ਕਿਹੜੇ ਮਾਮਲੇ ਦੇ ਉੱਪਰ ਹੁਣ ਇਸ਼ਤਿਹਾਰਬਾਜ਼ੀ ਉੱਪਰ ਉੱਠੀ ਹੈ ਤੇ ਇਸ਼ਤਿਹਾਰਬਾਜ਼ੀ ਦੇ ਉੱਪਰ ਸਵਾਲ ਖੜੇ ਕੀਤੇ ਨੇਗੇ ਸੁਪਰੀਮ ਕੋਰਟ ਨੇ? ਪੂਰਾ ਮਾਮਲਾ ਕੀ ਹੈ, ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹ ਮਾਮਲਾ ਸਮਝਾ ਦਿਓ ਜੀ। ਦੇਖੋ, ਦਿੱਲੀ ਦੇ ਵਿੱਚ ਇੱਕ RRTS ਸਿਸਟਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ, ਜਿਹੜਾ ਰੇਲਵੇ ਨਾਲ ਸੰਬੰਧਿਤ ਇੱਕ ਪ੍ਰੋਜੈਕਟ ਹੈਗਾ, ਔਰ ਇਹ ਜਿਹੜਾ ਪ੍ਰੋਜੈਕਟ ਹੈਗਾ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਹੈ, ਇਸ ਨੂੰ ਕਿਹਾ ਜਾਂਦਾ। ਇਹ ਪ੍ਰੋਜੈਕਟ ਦਿੱਲੀ ਨੂੰ ਰਾਜਸਥਾਨ ਦੇ ਨਾਲ ਔਰ ਹਰਿਆਣੇ ਦੇ ਨਾਲ ਜੋੜਨ ਵਾਲਾ ਪ੍ਰੋਜੈਕਟ ਹੈ, ਜਿਸ ਤਰੀਕੇ ਨਾਲ ਮੈਟਰੋ ਦਾ ਪ੍ਰੋਜੈਕਟ ਬੀਤੇ ਦਿਨਾਂ 'ਚ ਚੱਲ ਰਿਹਾ। ਔਰ ਇਸ ਪ੍ਰੋਜੈਕਟ ਦੇ ਅਧੀਨ 180 ਕਿਲੋਮੀਟਰ ਦੀ ਸਪੀਡ ਦੇ ਨਾਲ ਪ੍ਰਤੀ ਆਵਰਸ ਦੇ ਹਿਸਾਬ ਨਾਲ ਜਿਹੜੀ ਟ੍ਰੇਨਸ ਨੇ ਉਹ ਚੱਲਣਗੇ, ਤੇ ਉਹਦੇ ਨਾਲ ਜਿਹੜਾ ਮੇਰਠ ਦਾ ਜਿਹੜਾ ਰਸਤਾ ਆ ਉਹ 60 ਮਿੰਟ ਦਾ, 1 ਘੰਟੇ ਦਾ ਜਿਹੜਾ ਉਹ ਰਹਿ ਜਾਂਦਾ, ਦਿੱਲੀ ਤੋਂ ਲੈ ਕੇ ਘੱਟ ਜਾਂਦਾ। ਭਾਵ ਇੱਕ ਅਸੀਂ ਕਹਿ ਸਕਦੇ ਹਾਂ ਕਿ ਕੰਪਿਊਟਰ ਬੇਸਡ ਹਾਈ ਟੈਕਨੋਲੋਜੀ ਜਿਹੜੀ ਸਿਸਟਮ ਦੇ ਨਾਲ ਟ੍ਰੇਨ ਸਿਸਟਮ ਜਿਹੜਾ ਇਹ ਪ੍ਰੋਜੈਕਟ ਜਿਹੜਾ ਇਹ ਦਿੱਲੀ 'ਚ ਜਿਹੜਾ ਸ਼ੁਰੂ ਕੀਤਾ ਜਾ ਰਿਹਾ, ਔਰ ਜਿਸ ਦੀ ਕੀਮਤ ਜਿਹੜੀ ਆ ਉਹ $37,000 ਬਿਲੀਅਨ ਦੇ ਨਾਲ ਕੀਮਤ ਹੈਗੀ। ਇਹ ਪ੍ਰੋਜੈਕਟ ਇੰਨਾ ਮਹਿੰਗਾ, ਔਰ ਇਹ ਕੇਂਦਰ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ, ਜਿਹੜਾ 3 ਸਟੇਟਸ ਨੇ ਆਪਸ ਦੇ ਵਿੱਚ ਮਿਲਾ ਕੇ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨਾ ਆ, ਉੱਥੇ ਸਥਾਪਿਤ ਕਰਨਾ, ਔਰ RRTS ਪ੍ਰੋਜੈਕਟ ਦਾ ਨਾਮ ਹੈਗਾ। ਔਰ ਇਸ ਪ੍ਰੋਜੈਕਟ ਦੇ ਵਿੱਚ ਆਪੋ ਆਪਣੇ ਹਿੱਸੇਦਾਰੀ ਜਿਹੜੀ ਨਿਯੁਕਤਾ ਜਿਹੜੀ ਵੱਖ-ਵੱਖ ਸਟੇਟਸ ਨੇ ਜਿਹੜੀਆਂ ਇਹਨਾਂ ਦੇ ਵਿੱਚ ਆਪਣਾ ਹਿੱਸਾ ਜਿਹੜਾ ਪਾਉਣਾ, ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਜਿਹੜੀ ਉਹ ਬਣਦੀ, ਕਿਉਂਕਿ ਦਿੱਲੀ ਤੋਂ ਸ਼ੁਰੂ ਹੋਣਾ। ਔਰ ਇਹ ਪ੍ਰੋਜੈਕਟ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਟਰੋ ਦਾ ਪ੍ਰੋਜੈਕਟ ਹੈ, ਪਰ ਮੈਟਰੋ ਤੋਂ ਇਹ ਅਲੱਗ ਹੋਵੇਗਾ। ਇਸ ਦੀ ਟ੍ਰੇਨ ਜਿਹੜੀਆਂ ਪਟੜੀਆਂ ਜਿਹੜੀਆਂ ਨੇ ਸਭ ਕੁਝ ਅਲੱਗ ਨੇ। ਪ੍ਰਸ਼ਨ ਤੁਹਾਡਾ ਸੀ ਕਿ ਸੁਪਰੀਮ ਕੋਰਟ ਵੱਲ ਹੁਣ ਜਦੋਂ ਇਸ ਪ੍ਰੋਜੈਕਟ ਦੇ ਸੰਬੰਧੀ ਜਿਹੜੀ ਆਪਾਂ ਕਹਿ ਸਕਦੇ ਜਿਹੜੀ ਸਿਸਟਰ ਕੰਸਰਨ ਆ, ਜਿਸ ਤਰ੍ਹਾਂ ਪ੍ਰੋਜੈਕਟ ਨੂੰ ਸ਼ੁਰੂ ਕਰ ਰਹੀ ਆ, ਉਹਨਾਂ ਨੇ ਜਦੋਂ ਦਿੱਲੀ ਸਰਕਾਰ ਕੋਲੋਂ ਇਸ ਦਾ ਹਿੱਸਾ ਮੰਗਿਆ ਕਿ ਹਾਂ ਵੀ ਤੁਹਾਡਾ ਇੰਨਾ ਨਿਰਧਾਰਤ ਹਿੱਸਾ ਇਸ ਪ੍ਰੋਜੈਕਟ ਦੇ ਵਾਸਤੇ ਇੰਨੀ ਰਾਸ਼ੀ ਜਿਹੜੀ ਆ ਤੁਹਾਡੇ ਵੱਲ ਪਾਈ ਜਾਵੇ, ਉਹ ਰਾਸ਼ੀ ਜਿਹੜੀ ਆ ਸਾਨੂੰ ਦਿੱਤੀ ਜਾਵੇ, ਤਾਂ ਕੇਜਰੀਵਾਲ ਦੀ ਸਰਕਾਰ ਨੇ ਚੁੱਪ ਚਪੀਤੇ ਇਹ ਜਵਾਬ ਦੇਤਾ ਕਿ ਭਈ ਸਾਡੇ ਕੋਲ ਤਾਂ ਪੈਸੇ ਹੀ ਨਹੀਂ, ਸਾਡੇ ਕੋਲ ਤਾਂ ਫੰਡਾਂ ਦੀ ਪੂਰੀ ਕਮੀ, ਅਸੀਂ ਤਾਂ ਫੰਡ ਦੇ ਹੀ ਨਹੀਂ ਸਕਦੇ, ਸਾਡਾ ਤੇ ਵਾਜਾ ਹੀ ਬਚ ਗਿਆ, ਸਾਡਾ ਤਾਂ ਖਜ਼ਾਨਾ ਹੀ ਖਾਲੀ ਹੈ। ਅਜਿਹਾ ਇਹਨਾਂ ਨੇ ਇੰਨੀ ਗੱਲ ਕਹਿ ਦਿੱਤਾ ਕਿ ਸਾਡੇ ਕੋਲ ਪੈਸਾ ਜਿਹੜਾ ਉਹ ਨਹੀਂ ਹੈਗਾ ਇਸ ਪ੍ਰੋਜੈਕਟ ਵਾਸਤੇ। ਤਾਂ ਇਹ ਜਿਹੜੀ ਗੱਲ ਆ ਇਹ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਕਹੀ ਜਾ ਕੇ ਇਹ ਬੀਤੇ ਦਿਨਾਂ ਦੀ ਗੱਲ ਹੈਗੀ ਹੈ। ਹੁਣ ਜਦੋਂ ਇਹਨਾਂ ਨੇ ਹਲਫਨਾਮਾ ਇਹਦੇ ਸੰਬੰਧੀ ਦਿੱਤਾ ਕਿ ਸਾਡੇ ਕੋਲ ਫੰਡਾਂ ਦੀ ਕਮੀ ਆ, ਅਸੀਂ ਦਿੱਲੀ ਸਰਕਾਰ ਨੇ ਜਦੋਂ ਕਿਹਾ ਜਿਹੜੀ ਅਰਵਿੰਦ ਕੇਜਰੀਵਾਲ ਵਾਲੀ ਹੈ ਕਿ ਸਾਡੇ ਕੋਲ ਫੰਡਾਂ ਦੀ ਕਮੀ, ਇਸ ਪ੍ਰੋਜੈਕਟ ਵਾਸਤੇ ਅਸੀਂ ਪੈਸਾ ਨਹੀਂ ਖਰਚ ਸਕਦੇ, ਤਾਂ ਕੁਦਰਤੀ ਤੌਰ ਤੇ ਫਿਰ ਸੁਪਰੀਮ ਕੋਰਟ ਨੇ ਇਸ ਸੰਬੰਧ ਵਿੱਚ ਸਖਤ ਐਕਸ਼ਨ ਇਹ ਲੈਣ ਦੀ ਗੱਲ ਕਹੀ ਆ ਕਿ ਬੀਤਿਆਂ 3 ਸਾਲਾਂ ਦੇ ਵਿੱਚ
ਤੁਸੀਂ ਇਸ਼ਤਿਹਾਰਬਾਜ਼ੀ ਤੇ ਕਿੰਨਾ ਖਰਚ ਕੀਤਾ, ਕਿੰਨੇ ਫੰਡ ਜਿਹੜੇ ਤੁਸੀਂ ਖਰਚੇ ਨੇ, ਉਸ ਦੀ ਪੂਰਨ ਜਾਣਕਾਰੀ ਇੱਕ ਐਫੀਡੇਵਿਟ ਦੇ ਰੂਪ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਇੱਥੇ ਦਫ਼ਤਰ ਦੇ ਵਿੱਚ ਸਬਮਿਟ ਜਿਹੜੀ ਕਰਾਉਣੀ ਹੈ। ਹੁਣ ਇਸ ਮੁੱਦੇ ਤੇ ਅਗਰ ਵੇਖਿਆ ਜਾਵੇ ਤਾਂ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਦੀ ਸਰਕਾਰ ਬੜੀ ਬੁਰੀ ਤਰ੍ਹਾਂ ਘਿਰਦੀ ਹੈ, ਕਿਉਂਕਿ ਇਲੈਕਸ਼ਨ ਗੁਜਰਾਤ 'ਚ ਹੋਵੇ, ਚੋਣਾਂ ਹਿਮਾਚਲ ਪ੍ਰਦੇਸ਼ 'ਚ ਹੋਣ, ਕਿਤੇ ਵੀ ਹੋਣ, ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਉਹ ਪੰਜਾਬ ਦੀ ਹੈ ਤੇ ਚਾਹੇ ਉਹ ਦਿੱਲੀ ਦੀ ਹੈ, ਇਹਨਾਂ ਨੇ ਇਸ਼ਤਿਹਾਰਬਾਜ਼ੀ ਨੂੰ ਐਡਵਰਟਾਈਜ਼ਮੈਂਟ ਨੂੰ ਸਭ ਤੋਂ ਆਪਣਾ ਮੁੱਢਲਾ ਸਹਾਰਾ, ਮੇਨ ਅਸੀਂ ਕਹਿ ਸਕਦੇ ਕਿ ਸਹਾਰਾ ਜਿਹੜਾ ਉਹ ਮਿੱਥਿਆ ਹੋਇਆ। ਅਖਬਾਰਾਂ 'ਚ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ, ਔਰ ਉਹ ਜਿਹੜੇ ਇਸ਼ਤਿਹਾਰ ਦੇ ਕਰੋੜਾਂ ਰੁਪਇਆਂ ਦੇ ਰੂਪ ਦੇ ਵਿੱਚ ਉਹਨਾਂ ਦਾ ਖਰਚਾ ਜਿਹੜਾ ਅਦਾਇਗੀ ਜਿਹੜੀ ਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੁੰਦੀ ਹੈ। ਹੁਣ ਇੱਕ ਪਾਸੇ ਤਾਂ ਤੁਸੀਂ ਆਪਣੀ ਸਰਕਾਰ ਦੇ ਔਰ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਜਿੱਥੇ ਕਰੋੜਾਂ ਰੁਪਈਆ ਖਰਚਦੇ ਨੇ, ਚਾਹੇ ਉਹ ਪੰਜਾਬ ਸਰਕਾਰ ਹੋਵੇ ਤੇ ਚਾਹੇ ਦਿੱਲੀ ਸਰਕਾਰ ਹੋਵੇ, ਪਰ ਜਦੋਂ ਦੂਜੇ ਪਾਸੇ ਤੁਸੀਂ ਰਾਜ ਨਾਲ ਸੰਬੰਧਿਤ ਵਿਕਾਸਮਈ ਪ੍ਰੋਜੈਕਟਾਂ ਦੇ ਰਸਤੇ ਦੇ ਵਿੱਚ ਜਦੋਂ ਰੋੜਾ ਅਟਕਾਉਂਦੇ ਜੀ, ਤਾਂ ਕੁਦਰਤੀ ਤੌਰ ਤੇ ਫਿਰ ਤੁਹਾਡੀ ਕਾਰਜਸ਼ੈਲੀ ਤੇ ਪ੍ਰਸ਼ਨ ਜਿਹੜੇ ਉੱਠਣਗੇ। ਤਾਂ ਉਹੀ ਪ੍ਰਸ਼ਨ ਜਿਹੜਾ ਹੁਣ ਸੁਪਰੀਮ ਕੋਰਟ ਨੇ ਉਠਾਤਾ, ਸੁਪਰੀਮ ਕੋਰਟ ਨੇ ਪ੍ਰਸ਼ਨ ਨਹੀਂ ਉਠਾਇਆ, ਸੁਪਰੀਮ ਕੋਰਟ ਨੇ ਇਹਨਾਂ ਕੋਲ ਪੂਰਨ ਤੌਰ ਤੇ ਜਾਣਕਾਰੀ ਮੰਗੀ ਹੈ ਕਿ ਹਾਂ ਵੀ ਬੀਤੇ 3 ਸਾਲਾਂ ਦੇ ਵਿੱਚ ਜੋ ਤੁਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕੀਤਾ, ਉਸ ਦੀ ਪੂਰਨ ਜਾਣਕਾਰੀ 15 ਦਿਨਾਂ ਦੇ ਹਲਫਨਾਮੇ ਦੇ ਰੂਪ ਦੇ ਵਿੱਚ ਬਿਆਨ ਕਰੋ, ਪੇਸ਼ ਕਰੋ। ਤਾਂ ਅਜਿਹੀ ਸਥਿਤੀ ਹੁਣ ਕੁਦਰਤੀ ਤੌਰ ਤੇ ਮਾਨ ਸਰਕਾਰ ਕੇਜਰੀਵਾਲ ਸਰਕਾਰ ਵਾਸਤੇ ਜ਼ਰੂਰ ਚਿੰਤਾ ਵਾਲੀ ਹੋ ਸਕਦੀ ਹੈ, ਕਿਉਂਕਿ ਇੱਕ ਪਾਸੇ ਤੁਹਾਨੂੰ ਯਾਦ ਹੋਊਗਾ ਕਿ ਬੀਤੇ ਦਿਨਾਂ ਦੇ ਵਿੱਚ ਵੀ ਪਤਾ ਲੱਗਾ ਸੀ ਕਿ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਉਹਨਾਂ ਨੇ ਵੀ ਇਹ ਮੁੱਦਾ ਜਿਹੜਾ ਕੀਤਾ ਸੀ ਕਿ ਆਡੀਟਰ ਜਨਰਲ ਆ ਉਹ ਸਾਰੀ ਜਾਂਚ ਕਰਵਾਈ ਜਾ ਰਹੀ ਹੈ, ਇਸ਼ਤਿਹਾਰਬਾਜ਼ੀ ਕਿਹੜੇ ਪੱਖ ਤੋਂ ਉਸ ਦੀ ਜਾਂਚ ਵੀ ਜਿਹੜੀ ਚੱਲਦੀ ਪਈ ਆ। 45 ਕਰੋੜ ਰੁਪਈਆ ਜਿਹੜਾ ਮੁੱਖ ਮੰਤਰੀ ਨਿਵਾਸ ਨੂੰ ਨਵੀਨੀਕਰਨ ਤੇ ਲਾਇਆ ਗਿਆ, ਉਸ ਦੀ ਜਾਂਚ ਵੀ ਆਡੀਟਰ ਜਨਰਲ ਜਿਹੜਾ ਕਰਦਾ ਪਿਆ। ਤੋਂ ਹੁਣ ਜੇਕਰ ਅਜਿਹਾ ਮੁੱਦਿਆਂ ਦੇ ਉੱਤੇ ਸਰਕਾਰ ਜਦੋਂ ਰਾਜ ਦੇ ਵਿਕਾਸਮਈ ਪ੍ਰੋਜੈਕਟਾਂ ਦੇ ਵਿੱਚ ਰੋੜਾ ਅਟਕਾਏਗੀ ਪਰ ਆਪਣੀ ਨਿੱਜੀ ਸਹੂਲਤਾਂ ਵਾਸਤੇ ਇਹ ਫੰਡ ਖਰਚਦੀ ਹੈ, ਤਾਂ ਫਿਰ ਉਹਨਾਂ ਦੀ ਕਾਰਜਸ਼ੈਲੀ ਘੇਰੇ ਵਿੱਚ ਆਉਂਦੀ ਹੈ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਹੁਣ ਇਹਦੇ ਸੰਬੰਧੀ ਜਵਾਬਦੇਹੀ ਮੰਗੀ ਹੈ, ਜਵਾਬਦੇਹੀ ਕੀਤੀ ਹੈ। ਤਾਂ ਇਸੇ ਸੂਰਤ ਵਿੱਚ ਅਗਰ ਇਹ ਪੰਜਾਬ ਦੀ ਸਥਿਤੀ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਹਰ ਤੀਸਰੇ ਦਿਨ ਬੜੇ ਵੱਡੇ ਪੱਧਰ ਤੇ ਜਿਹੜੇ ਪੋਸਟਰ ਨੇ ਸਰਕਾਰ ਦੇ ਪੱਖੀ ਜਿਹੜੇ ਉਹ ਅਖਬਾਰਾਂ ਵਿੱਚ ਛਪੇ ਹੁੰਦੇ ਆ। ਅਖਬਾਰਾਂ ਨੇ ਪੈਸਾ ਲੈਣਾ, ਅਖਬਾਰਾਂ ਛਾਪੀ ਜਾਂਦੀਆਂ ਨੇ, ਪਰ ਉਹ ਖਰਚਾ ਜਿਹੜਾ ਜੇਕਰ ਬੈਟਰ ਆ ਕਿ ਉਹ ਰਾਜ ਦੇ ਵਿਕਾਸਮਈ ਕੰਮਾਂ ਤੇ ਖਰਚ ਹੋਵੇ ਤੇ ਐਡਵਰਟਾਈਜ਼ਮੈਂਟ ਘੱਟ ਹੋਵੇ ਤਾਂ ਉਹ ਜ਼ਿਆਦਾ ਬਿਹਤਰ ਆ, ਕਿਉਂਕਿ ਪੰਜਾਬ ਲੋਕ ਜਿਹੜੇ ਨੇ ਭਾਵੇਂ ਕਿਸੇ ਵੀ ਰਾਜ ਦੇ ਹੋਣ ਉਹ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਕਿ ਇਸ਼ਤਿਹਾਰਬਾਜ਼ੀ ਦੇ ਪਿੱਛੇ ਕੀ ਆ ਤੇ ਇਸ਼ਤਿਹਾਰਬਾਜ਼ੀ ਦਾ ਸੱਚ ਕੀ ਹੈ। ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦਿਨਾਂ 'ਚ ਪੰਜਾਬ ਸਰਕਾਰ ਵੱਲੋਂ 30,000 ਮੁਲਾਜ਼ਮ ਪੱਕੇ ਕਰਨ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਆ ਬੀਤੇ ਲੰਮੇ ਸਮੇਂ ਤੋਂ, ਤੇ ਅੱਜ ਤੱਕ ਉਹਨਾਂ ਨੂੰ ਡਾਂਗਿਆਂ ਨਾਲ ਹੀ ਪੱਕਿਆਂ ਕੀਤਾ ਜਾ ਰਿਹਾ, ਤੇ ਫਿਰ ਸਰਕਾਰ ਵੱਲੋਂ ਕੀਤੀ ਜਾਂਦੀ ਇਸ਼ਤਿਹਾਰੀ ਦਾ ਮੂੰਹ ਜਿਹੜਾ ਆਪਣੇ ਆਪ ਹੀ ਭੱਦਾ ਚਿਹਰਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ। ਹੁਣ ਜਿਹੜਾ RRTS ਪ੍ਰੋਜੈਕਟ ਆ ਜਿਸ ਦੇ ਵਿੱਚ ਹਿੱਸਾ ਪਾਉਣ ਵਾਸਤੇ ਦਿੱਲੀ ਸਰਕਾਰ ਕੋਲ ਤਾਂ ਫੰਡ ਨਹੀਂ ਹੈਗੇ, ਪਰ ਆਪਣੀ ਇਸ਼ਤਿਹਾਰਬਾਜ਼ੀ ਕਰਨ ਵਾਸਤੇ ਉਹ ਕਰੋੜਾਂ ਰੁਪਏ ਖਰਚ ਦਿੰਦੀ ਆ। ਜੇ ਹੁਣ ਸੁਪਰੀਮ ਕੋਰਟ ਦਾ ਡੰਡਾ ਸਖਤ ਹੋਇਆ ਤਾਂ ਕੁਦਰਤੀ ਤੌਰ ਤੇ ਆਉਂਦੇ ਦਿਨ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਾਸਤੇ ਜ਼ਰੂਰ ਮੁਸ਼ਕਲਾਂ ਭਰਪੂਰ ਹੋ ਸਕਦੇ ਜੀ। ਸੋ ਦੂਸਰੇ ਪਾਸੇ ਸਰ ਗੱਲ ਕਰੀਏ ਆਪਾਂ ਹੁਣ ਰੇਖ ਦੇ ਵਿੱਚ ਮੇਖ ਫਿਰ ਵੱਜ ਗਈ ਹੈ। ਪਹਿਲਾਂ ਜਿੱਥੇ ਅੰਬਿਕਾ ਸੋਨੀ ਨੇ ਕੁਰਸੀ ਥੱਲੋਂ ਖਿੱਚ ਲਈ ਸੁਨੀਲ ਜਾਖੜ ਦੇ, ਲੱਗਦਾ ਹੁਣ ਇਹੀ ਕੰਮ ਅਸ਼ਵਨੀ ਸ਼ਰਮਾ ਦੇ ਵੱਲੋਂ ਵੀ ਕੀਤਾ ਗਿਆ, ਕਿਉਂਕਿ ਕੱਲ ਬੜੇ ਜ਼ੋਰ ਸ਼ੋਰ ਦੇ ਨਾਲ ਖਬਰ ਚੱਲੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਤਾਂ ਇਹ ਵੀ ਸੀ ਵੀ ਸ਼ਾਇਦ ਸ਼ਾਮ ਤੱਕ ਅੱਜ ਜਿਹੜੀ ਪ੍ਰਧਾਨਗੀ ਹੈ ਬੀਜੇਪੀ ਪੰਜਾਬ ਦੀ ਉਹ ਸੁਨੀਲ ਜਾਖੜ ਜੀ ਨੂੰ ਮਿਲ ਜੇਗੀ, ਲੇਕਿਨ ਸ਼ਾਮ ਨੂੰ ਇੱਕ ਬਿਆਨ ਆਉਂਦਾ ਅਸ਼ਵਨੀ ਸ਼ਰਮਾ ਜੀ ਦਾ, ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਸੂਬਾ ਪੰਜਾਬ ਦੇ, ਉਹ ਕਹਿੰਦੇ ਮੈਂ ਤਾਂ ਅਸਤੀਫਾ ਦਿੱਤੇ ਹੀ ਨਹੀਂ। ਹੁਣ ਕਿਵੇਂ ਲੱਗ ਰਿਹਾ ਹੈ, ਇੱਕ ਪਾਸੇ ਚਰਚਾਵਾਂ ਇਹ ਕਿ ਪ੍ਰਧਾਨਗੀ ਇਹਨਾਂ ਨੂੰ ਮਿਲਣੀ ਹੈ, ਸੁਨੀਲ ਜਾਖੜ ਜੀ ਨੂੰ ਮਿਲਣੀ ਹੈ, ਤੇ ਦੂਸਰੇ ਪਾਸੇ ਅਸ਼ਵਨੀ ਸ਼ਰਮਾ ਜੀ ਅਸਤੀਫੇ ਨੂੰ ਵੀ ਖਾਰਜ ਕਰ ਦਿੰਦੇ ਨੇ, ਖੰਡਨ ਕਰ ਦਿੰਦੇ ਨੇ ਉਹ ਖਬਰ ਦਾ ਵੀ ਮੈਂ ਅਸਤੀਫਾ ਦਿੱਤੇ ਨਹੀਂ। ਉਹ ਕਹਿੰਦੇ ਸਾਡੇ ਤਾਂ ਰਵਾਇਤ ਹੀ ਨਹੀਂ ਹੈਗੀ ਭਾਰਤੀ ਜਨਤਾ ਪਾਰਟੀ 'ਚ ਅਸਤੀਫਾ ਦੇਣ ਦੀ। ਕਿਵੇਂ ਲੱਗਦੇ ਹੋ, ਰੇਖ 'ਚ ਮੇਖ ਫਿਰ ਵੱਜ ਗਈ ਹੈ ਕਿ ਕੁਰਸੀ ਇੱਕ ਵਾਰ ਫਿਰ ਤੋਂ ਸੁਨੀਲ ਜਾਖੜ ਤੋਂ ਦੂਰ ਹੁੰਦੀ ਜਾਂਦੀ ਹੈ, ਜਿਹੜੀ ਕਿ ਭਾਰਤੀ ਜਨਤਾ ਪਾਰਟੀ 'ਚ ਪ੍ਰਧਾਨਗੀ ਦੀ ਉਹਨਾਂ ਨੂੰ ਕੁਰਸੀ ਮਿਲਣੀ ਸੀ? ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ? ਦੇਖੋ, ਜਦੋਂ ਦੇ ਸੁਨੀਲ ਜਾਖੜ ਹੁਣੀ ਪੰਜਾਬ ਭਾਜਪਾ 'ਚ ਸ਼ਾਮਲ ਹੋਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚਰਚਾਵਾਂ ਹਮੇਸ਼ਾ ਜ਼ੋਰਾਂ ਤੇ ਰਹੀਆਂ ਨੇ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਕੋਈ ਮਹੱਤਵਪੂਰਨ ਸਥਾਨ ਦਿੱਤਾ ਜਾ ਸਕਦਾ ਹੈ, ਸੰਗਠਨ ਦੇ ਵਿੱਚ ਉਹਨਾਂ ਨੂੰ ਅਹਿਮ ਭੂਮਿਕਾ ਦਿੱਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਵਿੱਚ ਵੀ ਅਜਿਹੇ ਬਿਆਨ ਬੀਤੇ ਦੌਰ ਦੇ ਵਿੱਚ ਸੁਣਨ ਵਿੱਚ ਬਹੁਤ ਆਏ, ਪਰ ਅਜੇ ਤੱਕ ਕਿਸੇ ਵੀ ਬੀਜੇਪੀ ਦੇ ਕਿਸੇ ਵੀ ਨੇਤਾ ਨੇ ਕਿਸੇ ਵੀ ਨਿਰਧਾਰਤ ਵਿਅਕਤੀ ਵੱਲੋਂ ਕਦੇ ਵੀ ਅਜਿਹਾ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ, ਪਰ ਚਰਚਾਵਾਂ ਜਿਹੜੀਆਂ ਜ਼ਰੂਰ ਰਹੀਆਂ। ਹੁਣ ਬੀਤੇ ਦਿਨ ਹੀ ਇਹ ਇੱਕ ਚਰਚਾ ਸੀ ਕਿ ਸੁਨੀਲ ਜਾਖੜ ਨੂੰ ਇਹ ਪੰਜਾਬ ਭਾਜਪਾ ਦਾ ਪ੍ਰਧਾਨ ਜਿਹੜਾ ਬਣਾਇਆ ਜਾ ਸਕਦਾ, ਕਿਉਂਕਿ ਉਹ ਇੱਕ ਹਿੰਦੂ ਨੇਤਾ ਨੇ ਔਰ
ਕਿਸਾਨ ਨੇਤਾ ਨੇ, ਜੱਟ ਨੇ, ਸਿੱਖਾਂ ਦੇ ਵਿੱਚ ਵੀ ਉਹਨਾਂ ਦਾ, ਜੱਟਾਂ ਦੇ ਵਿੱਚ ਵੀ, ਕਿਸਾਨਾਂ ਦੇ ਵਿੱਚ ਵੀ ਉਹਨਾਂ ਦਾ ਪੂਰਨ ਪ੍ਰਭਾਵ ਹੈਗਾ। ਔਰ ਹਿੰਦੂ ਚਿਹਰਾ ਹੋਣ ਕਰਕੇ ਔਰ ਇਮਾਨਦਾਰੀ ਛਵੀ ਦੇ ਨੇਤਾ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਤੇ ਪੇਂਡੂ ਖੇਤਰਾਂ ਦੇ ਵਿੱਚ ਉਹਨਾਂ ਦਾ ਪੂਰਨ ਸਤਿਕਾਰ ਆ, ਪੂਰਨ ਪ੍ਰਭਾਵ ਹੈਗਾ। ਉਹ 2 ਵਾਰ ਦੇ ਵਿਧਾਇਕ ਨੇ, 1 ਵਾਰ ਦੇ ਲੋਕ ਸਭਾ ਮੈਂਬਰ ਰਹੇ ਨੇ ਔਰ ਨਾਲ ਹੀ ਨਾਲ ਪੰਜਾਬ ਕਾਂਗਰਸ ਦੇ ਉਹ ਪ੍ਰਧਾਨ ਵੀ ਰਹਿ ਚੁੱਕੇ ਨੇ। ਤੇ ਉਹ ਫਿਰ ਮੁੱਖ ਮੰਤਰੀ ਬਣਦੇ ਬਣਦੇ ਉਹ ਸਮੇਂ ਰਹਿ ਗਏ ਕਿ ਜਦੋਂ ਅੰਬਿਕਾ ਸੋਨੀ ਨੇ ਇਹ ਗੱਲ ਕਹਿਤੀ ਕਿ ਪੰਜਾਬ ਦਾ ਮੁੱਖ ਮੰਤਰੀ ਕੇਵਲ ਸਿੱਖ ਬਣ ਸਕਦਾ, ਤੇ ਇਸ ਪੀੜ ਨੂੰ ਲੈ ਕੇ, ਇਸ ਟੀਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਛੱਡ ਦਿੱਤੀ। ਇਹ ਸਾਰਾ ਕੁਝ ਸੁਨੀਲ ਜਾਖੜ ਦੇ ਸੰਬੰਧ ਵਿੱਚ ਚੱਲਦਾ ਰਿਹਾ ਔਰ ਭਾਜਪਾ ਦੇ ਲੋਕ ਇਹ ਸੋਚਦੇ ਨੇ ਕਿ ਇਸ ਤਰੀਕੇ ਦੀ ਸਥਿਤੀ ਹੈ। ਹੁਣ ਬੀਤੇ ਦਿਨ ਜਿਸ ਤਰੀਕੇ ਨਾਲ ਗੱਲ ਕੀਤੀ ਕਿ ਹਾਂਜੀ ਅਸ਼ਵਨੀ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਤੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਕਿਸੇ ਸਮੇਂ ਵੀ ਐਲਾਨ ਜਿਹੜਾ ਉਹਨਾਂ ਦੇ ਨਾਮ ਦਾ ਹੋ ਸਕਦਾ। ਹੋਰ ਸਟੇਟਾਂ ਦੇ ਵਿੱਚ ਵੀ ਭਾਜਪਾ ਵੱਲੋਂ 2024 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਪ੍ਰਧਾਨ ਜਿਹੜੇ ਲਿਖੇ ਜਾਣੇ ਨੇ ਉਸੇ ਦੇ ਅੰਤਰਗਤ ਹੀ ਇਹ ਜਿਹੜਾ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਜਾ ਸਕਦਾ। ਪਰ ਸ਼ਾਮ ਹੁੰਦੇ ਹੁੰਦੇ ਜਿਹੜੀਆਂ ਸਥਿਤੀਆਂ ਸੀ ਬਿਲਕੁਲ ਉਲਟ ਹੋ ਗਈਆਂ। ਤੁਸੀਂ ਰੇਖ ਚਮੇਕ ਕਹਿ ਲਓ ਜਾਂ ਜੋ ਵੀ ਕਹਿ ਲਓ, ਕਿਉਂਕਿ ਮੈਂ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਅਜੇ ਤੱਕ ਭਾਜਪਾ ਦੇ ਕਿਸੇ ਵੀ ਅਧਿਕਾਰਤ ਤੌਰ ਤੇ ਇਸ ਦੀ ਗੱਲ ਨਹੀਂ ਸੀ ਕੀਤੀ ਗਈ, ਕੇਵਲ ਇਹ ਚਰਚਾਵਾਂ ਹੀ ਸਨ, ਚਾਹੇ ਉਹ ਮੀਡੀਆ ਦੀਆਂ ਚਰਚਾਵਾਂ ਸਨ, ਚਾਹੇ ਸੋਸ਼ਲ ਮੀਡੀਆ ਦੀਆਂ ਚਰਚਾਵਾਂ ਜਾਂ ਮੀਡੀਆ ਅਖਬਾਰੀ। ਤਾਂ ਇਸ ਸੰਬੰਧ ਦੇ ਵਿੱਚ ਅਸੀਂ ਨਹੀਂ ਇਹ ਗੱਲ ਅਜੇ ਕਹਿ ਸਕਦੇ ਕਿਉਂਕਿ ਸੁਨੀਲ ਜਾਖੜ ਨੂੰ ਜਿਸ ਤਰੀਕੇ ਨਾਲ ਬੀਜੇਪੀ ਵਿੱਚ ਸ਼ਾਮਲ ਕੀਤਾ ਗਿਆ ਤਾਂ ਲੱਗਦਾ ਤਾਂ ਹੈਗਾ ਕਿ ਉਹਨਾਂ ਨੂੰ ਕੋਈ ਅਹਿਮ ਸਥਾਨ ਦਿੱਤਾ ਜਾ ਸਕਦਾ, ਚਾਹੇ ਉਹ ਪੰਜਾਬ ਭਾਜਪਾ ਦਾ ਪ੍ਰਧਾਨ ਜਾਂ ਕੋਈ ਹੋਰ ਜ਼ਿੰਮੇਵਾਰੀ। ਪਰ ਜਿਸ ਤਰੀਕੇ ਦੇ ਨਾਲ ਹੁਣ ਆਪਣੇ ਅਸ਼ਵਨੀ ਸ਼ਰਮਾ ਨੇ ਸਾਹਮਣੇ ਆਣ ਕੇ ਇਹ ਗੱਲ ਕਹੀ ਹੈ ਕਿ ਮੈਂ ਤਾਂ ਕੋਈ ਅਸਤੀਫਾ ਹੀ ਨਹੀਂ ਦਿੱਤਾ, ਹਾਲਾਂਕਿ ਉਹਨਾਂ ਦੇ ਅਹੁਦੇ ਦੀ ਮਿਆਦ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਜੇਕਰ ਮੈਂ ਗਲਤ ਨਾ ਹੋਵਾਂ। ਤਾਂ ਸਾਡੇ 'ਚ ਕਹਿੰਦੇ ਇਹ ਪਰੰਪਰਾ ਹੀ ਨਹੀਂ ਹੈ। ਤਾਂ ਇੱਕ ਕਿਸਮ ਦੇ ਨਾਲ ਜਿਹੜੀਆਂ ਇਹ ਅਟਕਲਾਂ ਚੱਲ ਰਹੀਆਂ ਸਨ ਉਹਨਾਂ ਦੇ ਉੱਤੇ ਇੱਕ ਵਾਰੀ ਰੋਕ ਜਿਹੜੀ ਆ ਉਹ ਜ਼ਰੂਰ ਲੱਗੀ ਆ ਕਿ ਸੁਨੀਲ ਜਾਖੜ ਪ੍ਰਧਾਨ ਬਣ ਰਹੇ ਨੇ। ਰੋਕ ਤਾਂ ਲੱਗੇ ਕਿਉਂਕਿ ਅਸ਼ਵਨੀ ਸ਼ਰਮਾ ਨੇ ਜਦੋਂ ਆਣ ਕੇ ਕਹਿਤਾ ਕਿ ਮੈਂ ਅਜੇ ਅਸਤੀਫਾ ਨਹੀਂ ਦਿੱਤਾ, ਕਿਉਂਕਿ ਚਰਚਾਵਾਂ ਇਹ ਸਨ ਕਿ ਅਸਤੀਫਾ ਆ ਗਿਆ ਤਾਂ ਪਰ ਅਸ਼ਵਨੀ ਸ਼ਰਮੇ ਦੇ ਇਸ ਬਿਆਨ ਦੇ ਨਾਲ ਅਟਕਲਾਂ ਦੇ ਉੱਤੇ ਰੋਕ ਤਾਂ ਮਾਨ ਸਾਹਿਬ ਜ਼ਰੂਰ ਲੱਗੀ ਹੈ। ਪਰ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸ਼ਾਇਦ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ। ਉਹਨਾਂ ਨੂੰ ਹੋ ਸਕਦਾ ਕਿ ਪ੍ਰਧਾਨ ਬਣਾਉਣ ਦੀ ਬਜਾਏ ਕੋਈ ਹੋਰ ਜਿਹੜੀ ਜ਼ਿੰਮੇਵਾਰੀ ਸੰਗਠਨ ਦੇ ਵਿੱਚ ਦੇ ਦਿੱਤੀ ਜਾਵੇ। ਸੋ ਅਜੇ 1-2 ਦਿਨ ਜਿਹੜਾ ਉਹ ਇੰਤਜ਼ਾਰ ਜ਼ਰੂਰ ਕਰਨਾ ਪਏਗਾ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਅਸ਼ਵਨੀ ਸ਼ਰਮੇ ਦੇ ਬਿਆਨ ਜੇਕਰ ਸੁਨੀਲ ਜਾਖੜ ਨੂੰ ਭਾਜਪਾ ਦੀ ਹਾਈ ਕਮਾਨ ਪ੍ਰਧਾਨ ਬਣਾਉਣ ਵਾਸਤੇ ਮਨ ਆਪਣਾ ਬਣਾ ਚੁੱਕੀ ਆ ਤਾਂ ਫਿਰ ਅਸ਼ਵਨੀ ਸ਼ਰਮੇ ਦਾ ਇਹ ਬਿਆਨ ਕਿਸੇ ਵੀ ਪਾਸੇ ਤੋਂ ਕੋਈ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਉੱਤੋਂ ਜਿਹੜਾ ਹੁਕਮ ਆਉਣਾ, ਜਿੰਨਾ ਮਰਜ਼ੀ ਥੱਲੇ ਵਿਰੋਧ ਹੋਵੇ ਭਾਜਪਾ ਦੇ ਲੋਕਲ ਇਕਾਈ ਦਾ ਜਾਂ ਜਿੰਨੇ ਲੀਡਰਾਂ ਦਾ, ਉਹਨਾਂ ਦੀ ਇਸ ਨਾਰਾਜ਼ਗੀ ਦਾ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ। ਉੱਤੋਂ ਹੁਕਮ ਆਉਂਦਾ, ਥੱਲੇ ਸਾਰੇ ਮੰਨ ਲੈਂਦੇ। ਇਹ ਕਾਂਗਰਸ ਵਰਗੇ ਨਹੀਂ ਹੁੰਦੇ ਜਿਹੜੇ ਭਾਜਪਾ ਦੇ ਮੰਤਰੀ ਨੇ ਜਾਂ ਜਿਹੜੇ ਅਹੁਦੇਦਾਰ ਨੇ ਕਿ ਜਾ ਕੇ ਆਪਣੀ ਹਾਈ ਕਮਾਨ ਦਾ ਵਿਰੋਧ ਕਰਨ। ਜੋ ਉੱਤੋਂ ਫੈਸਲਾ ਹੁੰਦਾ ਉਹਨਾਂ ਨੂੰ ਚੁੱਪ ਕਰਕੇ ਮੰਨਦੇ ਨੇ। ਸੋ ਹਾਂ, ਇਹਦੇ ਨਾਲ ਇੱਕ ਗੱਲ ਜ਼ਰੂਰ ਆ ਕਿ ਸੁਨੀਲ ਜਾਖੜ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਦੀ ਪ੍ਰਧਾਨਗੀ ਤੋਂ ਜਿਹੜੀਆਂ ਅਟਕਲਾਂ ਜਿਹੜੀਆਂ ਸਨ ਉਹਨਾਂ ਤੇ ਰੋਕ ਜਿਹੜੀ ਆ ਜ਼ਰੂਰ ਲੱਗੀ ਆ, ਪਰ ਉਹ ਅਜੇ ਉਸ ਦੌੜ ਦੇ ਵਿੱਚ ਸ਼ਾਮਲ ਅਜੇ ਜ਼ਰੂਰ ਨੇ। ਜੀ ਬਿਲਕੁਲ। ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਭ ਕੁਝ ਕਲੀਅਰ ਹੋ ਜਾਏਗਾ। ਲੇਕਿਨ ਨਾਲ ਹੀ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਅਸ਼ਵਨੀ ਸ਼ਰਮਾ ਜੀ ਨੇ ਭਾਵੇਂ ਖੰਡਨ ਦਾ ਕਰਤਾ ਇਹਨਾਂ ਖਬਰਾਂ ਦਾ ਵੀ ਮੈਂ ਅਸਤੀਫਾ ਦਿੱਤਾ, ਲੇਕਿਨ ਆਪਣਾ ਜੋ ਸਮਾਨ ਸੀ ਉਹਨਾਂ ਦਾ ਬੀਜੇਪੀ ਦਫ਼ਤਰ ਦੇ ਵਿੱਚ ਉਹ ਵੀ ਕਹਿੰਦੇ ਸਮੇਟਣਾ ਸ਼ੁਰੂ ਕਰ ਦਿੱਤਾ। ਜਿੱਥੇ ਕਿਤੇ ਇਹ ਲੱਗ ਰਿਹਾ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਉਹਨਾਂ ਤੋਂ ਲੈ ਲਈ ਜਾਵੇ। ਜਿਵੇਂ ਤੁਸੀਂ ਵੀ ਕਿਹਾ ਵੀ ਉਹਨਾਂ ਦਾ ਜੋ ਟਾਈਮ ਸੀਗਾ, ਉਹਨਾਂ ਦੀ ਮਿਆਦ ਸੀ ਅਹੁਦੇ ਦੀ, ਉਹ ਖਤਮ ਹੋ ਚੁੱਕੀ ਹੈ। ਸੋ ਲੇਕਿਨ ਪ੍ਰਧਾਨਗੀ ਜਾਏਗੀ ਕਿਸ ਪਾਸੇ ਇਹ ਅਜੇ ਕਲੀਅਰ ਨਹੀਂ ਕਰ ਸਕਦੇ। ਸੋ ਇਹਦੇ ਲਈ ਇੰਤਜ਼ਾਰ ਕਰਨਾ ਪਏਗਾ। ਅਣਖੀ ਸਾਹਿਬ, ਤੁਸੀਂ ਗੱਲਬਾਤ ਕਰ ਲਈ, ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।